सत श्री अकाल मित्रों, मैं साहिल अरोड़ा MW न्यूज़ मुखर वक्त ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਰੋਜ਼ ਹੀ ਤੁਹਾਨੂੰ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਗੁਰਦੁਆਰਿਆਂ ਦੇ ਮੁੱਖ ਸੇਵਾਦਾਰਾਂ ਨਾਲ, ਕਮੇਟੀ ਮੈਂਬਰਾਂ ਨਾਲ, ਉੱਥੋਂ ਦੀ ਸਾਧ ਸੰਗਤ ਨਾਲ ਰੂਬਰੂ ਕਰਵਾਉਂਦੇ ਹਾਂ। ਇਲਾਕੇ ਦੀ ਉਹਨਾਂ ਖਾਸ ਸ਼ਖਸੀਅਤਾਂ ਨਾਲ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਭਲਾਂ ਦੀ ਉਹ ਧਾਰਮਿਕ ਸਤਰ ਹੈ, ਭਲਾਂ ਦੀ ਰਾਜਨੀਤਿਕ, ਭਲਾਂ ਦੀ ਸਮਾਜਿਕ ਸਤਰ, ਸਮਾਜ ਨੂੰ ਇੱਕ ਵੱਖਰੀ ਦਿਸ਼ਾ ਦੇਣ ਦਾ ਪ੍ਰयास ਕਰਿਆ, ਸਮਾਜ ਦੇ ਸਾਹਮਣੇ ਆਪਦੇ ਆਪ ਨੂੰ ਇੱਕ ਮਿਸਾਲ ਸਾਬਿਤ ਕਰਿਆ ਤੇ ਇੱਕ ਆਈਕਨ ਬਣ ਕੇ ਉਭਰੇ। ਉਸੇ ਕ੍ਰਮ 'ਚ ਸਾਡੀ ਟੀਮ ਪਹੁੰਚੀ ਗੁਰਦੁਆਰਾ ਸ਼੍ਰੀ ਬੇਗਮਪੁਰਾ ਸਾਹਿਬ, ਪਿੰਡ ਅਮਰਗੜ੍ਹ ਦੇ ਮੁੱਖ ਸੇਵਾਦਾਰ ਜੰਟਾ ਸਿੰਘ ਸੂਬੇਦਾਰ, ਜੋ ਕਿ ਪੂਰੇ ਏਰੀਏ ਦੇ ਵਿੱਚ ਸੂਬੇਦਾਰ ਜੀ ਦੇ ਨਾਮ ਤੋਂ ਮਸ਼ਹੂਰ ਹੈ, ਕਿਉਂਕਿ ਇਹਨਾਂ ਨੇ ਪਹਿਲਾਂ ਆਪਦੀ ਅੱਧੀ ਤੋਂ ਵੀ ਜ਼ਿਆਦਾ ਉਮਰ ਦੇਸ਼ ਦੀ ਸੇਵਾ ਦੇ ਲੇਖੇ ਲਾਈ ਹੈ। ਕਾਂਸਟੇਬਲ ਤੋਂ ਭਰਤੀ ਹੋ ਕੇ ਸੂਬੇਦਾਰ ਤੱਕ ਪਹੁੰਚਣਾ ਤੇ ਇੱਕ ਸਾਰੀ ਉਮਰ ਥਾਂ ਥਾਂ 'ਤੇ ਸੇਵਾ ਕਰਨੀਆਂ, ਦੁਸ਼ਮਣਾਂ ਨਾਲ ਲੋਹਾ ਲੈਣਾ ਤੇ ਸਮਾਜ ਦੇ ਸਾਹਮਣੇ ਇੱਕ ਆਈਕਨ ਸਾਬਿਤ ਹੋਣਾ ਬੜੀ ਹੀ ਦਲੇਰ ਦਿਲ ਵਾਲੀ ਗੱਲ ਹੈ। ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ, ਕਿਸ ਤਰ੍ਹਾਂ ਪ੍ਰੇਰਨਾ ਮਿਲੀ, ਕਿਸ ਤਰ੍ਹਾਂ ਇਹ ਗੁਰੂ ਘਰ ਨਾਲ ਲਿਵ ਲੱਗੀ ਇਹਨਾਂ ਦੀ ਤੇ ਕਿਸ ਤਰ੍ਹਾਂ ਚੱਲੀ ਜਾਂਦਾ ਗੁਰੂ ਘਰ ਦਾ ਕਾਰ-ਵਿਹਾਰ। ਤੇ ਸਭ ਤੋਂ ਪਹਿਲਾਂ ਤਾਂ ਸੂਬੇਦਾਰ ਜੀ ਤੁਹਾਡਾ ਸਵਾਗਤ ਹੈ ਸਾਡੇ 'ਚ। ਹਾਂਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਸੂਬੇਦਾਰ ਜੀ, ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਆਪ ਦੇ ਬਾਰੇ, ਤੁਹਾਡੇ ਜੀਵਨ ਪਰਿਚੈ ਦਾ ਸੰਖੇਪ 'ਚ ਤੁਹਾਨੂੰ ਤੁਸੀਂ ਦੱਸੋ ਵੀ ਕਿੰਨੀ ਕੁ ਉਮਰ ਸੀ ਜਦੋਂ ਤੁਸੀਂ ਫੌਜ ਦੇ ਵਿੱਚ ਭਰਤੀ ਹੋਏ, ਕਿੱਥੇ ਕਿੱਥੇ ਲਗਭਗ ਪੋਸਟਿੰਗ ਰਹੀ ਤੇ ਗੁਰੂ ਘਰ ਨਾਲ ਰੁਝਾਨ ਕਿਵੇਂ ਹੋਇਆ ਤੁਹਾਡਾ? ਇਹ ਜਦੋਂ ਸਿੱਖੀ ਸਰੂਪ ਜਿਹੜਾ ਤੁਹਾਡਾ ਆਪਣਾ ਇਹ ਉਦੋਂ ਦਾ ਰੱਖਿਆ ਹੋਇਆ ਜਾਂ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ, ਜਾਂ ਉਹਦੇ ਬਾਰੇ ਦੱਸੋ। ਸਾਡੇ ਜੀ ਪਹਿਲਾਂ ਜਦੋਂ ਮੈਂ ਕੋਈ 7-8 ਸਾਲ ਦਾ ਸੀ ਔਰ ਸਾਡੇ ਸੰਤ ਦਲੀਪ ਸਿੰਘ ਜੀ ਇੱਥੇ ਹੁੰਦੇ ਸੀਗੇ ਜੀ, ਬਹੁਤ ਕੱਟੜ ਗੁਰਸਿੱਖ ਆਦਮੀ ਸੀਗੇ ਜੀ, ਬੜੀ ਸਿੱਖੀ ਫੈਲਾਈ ਹੈ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ। ਪਹਿਲਾਂ ਸਾਡੇ ਪਿੰਡ ਦੇ ਵਿੱਚ ਲੋਕ ਬੀੜੀਆਂ, ਚਿਲਮਾਂ ਅਤੇ ਸ਼ਰਾਬਾਂ ਪੀਂਦੇ ਹੁੰਦੇ ਸੀਗੇ ਔਰ ਉਹਨਾਂ ਨੇ ਇੱਥੇ ਆ ਕੇ ਪਹਿਲਾਂ ਸਾਡੇ ਇੱਥੇ ਸੰਤ ਰਹਿੰਦੇ ਹੁੰਦੇ ਸੀਗੇ ਜਿਹੜੇ ਕਿ ਦੂਸਰੇ ਭਗਵੇਂ ਭੇਸ ਵਾਲੇ। ਉਹ ਨਿਸ਼ਾਨ ਸਾਹਿਬ ਇੱਥੇ ਚੜ੍ਹਿਆ ਸੀ ਸਾਡੇ ਜੀ, ਗੁਰੂ ਘਰ ਦੇ ਵਿੱਚ ਪੁਰਾਣਾ ਗੁਰੂ ਘਰ ਆ। ਅਤੇ ਫਿਰ ਸੰਤ ਦਲੀਪ ਸਿੰਘ ਇੱਥੇ ਆ ਕੇ 66 ਦੇ ਵਿੱਚ ਆਏ ਸੀ ਜੀ। ਉਹਨਾਂ ਨੇ ਆ ਕੇ ਇਹੀ ਸਾਰਿਆਂ ਨੂੰ ਪ੍ਰੇਰਿਤ ਕੀਤਾ, ਜਦੋਂ ਕੋਈ ਗੁਰੂ ਘਰ ਕਿਸੇ ਨੇ ਜਾਣਾ ਤਾਂ ਮਹਾਰਾਜ ਕਹਿ ਦੇਣਾ ਉਹਨਾਂ ਨੇ ਜਾ ਕੇ, ਕਿਉਂ ਸੰਤ ਰਹਿੰਦੇ ਹੁੰਦੇ ਸੀ ਉਹਨਾਂ ਦਾ ਕਰਕੇ। ਉਹਨਾਂ ਨੇ ਕਹਿਣਾ ਭਾਈ ਨਹੀਂ, ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾਂ ਉੱਥੇ ਜਾਓ, ਉੱਥੇ ਜਾ ਕੇ ਮੱਥਾ ਟੇਕ ਕੇ ਆਓ, ਫਤਿਹ ਬੁਲਾ ਕੇ, ਅਤੇ ਫਿਰ ਸਾਡੇ ਕੋਲ ਆਇਓ। ਸੰਗਤਾਂ ਨੂੰ ਜੀ ਪ੍ਰੇਰਿਤ ਕੀਤਾ ਅਤੇ ਫਿਰ ਐਂ ਕਰਦੇ ਅਤੇ ਪਹਿਲਾਂ ਚਿਲਮਾਂ ਅਤੇ ਕਾਫੀ ਪਿੰਡ ਦੇ ਵਿੱਚ ਚੱਲਦਾ ਸੀ, ਬੀੜੀਆਂ ਬੂੜੀਆਂ, ਸਾਰੇ ਲੋਕਾਂ ਨੂੰ ਉਹਨਾਂ ਨੇ ਦੂਰ ਕੀਤਾ। ਲੋਕਾਂ ਨੇ ਅੰਮ੍ਰਿਤ ਛਕਿਆ, ਬੜੇ ਗੁਰਸਿੱਖ ਹੋਏ। ਅਤੇ ਫਿਰ ਜੀ ਜਦੋਂ ਸੰਤ ਪਿੰਡ 'ਚ ਡਾਲੀ ਵੀ ਕਰਦੇ ਹੁੰਦੇ, ਜਦੋਂ ਜਾਣਾ ਇਹਦੇ ਸਹਿਜ ਪਾਠ ਕਰਨਾ, ਉਹਨਾਂ ਨੇ ਖੰਡ ਪਾਠ ਕਰਨਾ ਅਤੇ ਲੋਕ ਦੇਖ ਕੇ ਖੜ੍ਹੇ ਹੋ ਜਾਂਦੇ ਸੀਗੇ ਉਹਨਾਂ ਨੂੰ। ਜੇ ਕੋਈ ਬੀੜੀ ਪੀਂਦਾ ਹੁੰਦਾ ਤਾਂ ਬੀੜੀ ਬੁਝਾ ਦਿੰਦਾ ਸੀਗਾ ਅਤੇ ਲੋਕ ਦੇਖ ਕੇ ਖੜ੍ਹੇ, ਬੜੀ ਇੱਜ਼ਤ ਕਰਦੇ ਸੀਗੇ। ਇੱਥੇ 26-27 ਸਾਲ ਸਾਡੇ ਪਿੰਡ ਹੋ ਰਹੇ ਆ। ਫਿਰ ਉਹਨਾਂ ਨੇ ਕੀ ਕੀਤਾ ਜੀ, ਪੜ੍ਹਾਈ ਕੀਤੀ। ਅਸੀਂ ਵੀ ਉੱਥੇ ਮਤਲਬ ਉਹਨਾਂ ਦੇ ਕੋਲੇ ਜਾਂਦੇ, ਡੇਰੇ 'ਤੇ ਸਾਨੂੰ ਪੜ੍ਹਾਉਂਦੇ। ਅਸੀਂ ਊੜੇ ਆੜੇ ਤੋਂ ਇੱਥੇ ਪੜ੍ਹੇ ਹਾਂ ਜੀ, ਬਿਲਕੁਲ ਨਹੀਂ ਜਾਣਦੇ ਸੀ ਪਹਿਲਾਂ। ਗੁਰਦੁਆਰੇ ਦੇ ਵਿੱਚ ਊੜੇ ਆੜੇ ਤੋਂ ਲੈ ਕੇ ਸਾਨੂੰ ਪੜ੍ਹਾਇਆ ਉਹਨਾਂ ਨੇ, ਭਲਾਵੇਂ ਅੱਖਰ, ਮਾਰਨੀ ਗੈਰਾ ਵਗੈਰਾ ਸਾਰਾ ਕੁਛ ਕਰਕੇ। ਫਿਰ ਸਾਨੂੰ ਜੀ ਹੌਲੀ ਹੌਲੀ ਜਿਵੇਂ ਅਸੀਂ ਪੰਜਾਬੀ 'ਚ ਚੱਲ ਪਏ ਅਤੇ ਫਿਰ ਸਾਨੂੰ ਉਹਨਾਂ ਨੇ ਪੰਜ ਗ੍ਰੰਥੀ ਤੋਂ 22 ਵਾਰਾਂ, ਫਿਰ ਭਗਤਾਂ ਬਾਣੀ, ਫਿਰ ਜੀ ਪਹਿਲਾ ਭਾਗ, ਫਿਰ ਦੂਜਾ ਭਾਗ, ਫਿਰ ਸਾਨੂੰ ਸਹਿਜ ਪਾਠਾਂ 'ਤੇ ਲਾਉਂਦੇ ਰਹੇ। ਅਸੀਂ ਕਈ ਜਣੇ, ਇੱਕ ਇੱਥੇ ਮਾਸਟਰ ਸਾਡੇ ਬਲਦੇਵ ਸਿੰਘ ਆ, ਉਹ ਵੀ ਮਾਸਟਰੀ ਤੋਂ ਰਿਟਾਇਰਮੈਂਟ ਆ, ਇੱਕ ਮੈਂ ਸੀ। ਪਹਿਲੇ ਪੋਸਟ ਦੇ ਵਿੱਚ ਅਸੀਂ 2 ਹੀ ਸੀਗੇ। ਵੈਸੇ ਇਹ ਦੋਵਾਂ ਨੇ ਅਸੀਂ ਜੀ ਪਾਠ ਸਿੱਖਿਆ ਹੈਗਾ, ਉਹ ਤਾਂ ਕਈ ਸੀ ਪਰ ਉਹ ਵਿੱਚ ਰਹਿ ਗਏ, ਨਹੀਂ ਸਿੱਖ ਪਾਏ। ਸ਼ੁਰੂਆਤ ਤੁਹਾਡੇ ਦੋਹਾਂ ਤੋਂ? ਹਾਂਜੀ, ਸਾਡੇ ਦੋਵਾਂ ਤੋਂ ਅਸੀਂ ਫੁੱਲ ਸੰਥਿਆ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ। ਫਿਰ ਅਸੀਂ ਹੌਲੀ ਹੌਲੀ ਪਾਠ ਕਰਨ ਲੱਗੇ, ਹੋਰ ਵੀ ਸਾਡੇ ਨਾਲ ਫਿਰ ਮੁੰਡੇ ਆ ਗਏ ਹੌਲੀ ਹੌਲੀ ਬਾਅਦ 'ਚ। ਪਹਿਲਾਂ ਅਸੀਂ 2 ਹੀ ਗ੍ਰੰਥੀ ਹੋਏ ਸੀਗੇ ਜੀ, ਮੈਂ ਅਤੇ ਬਲਦੇਵ ਸਿੰਘ। ਫਿਰ ਹੋਰ ਵੀ ਆ ਗਏ, ਫਿਰ ਅਸੀਂ ਖੰਡ ਪਾਠ ਵੀ ਬੜੇ ਕਰਾਏ ਸੰਤਾਂ ਦੇ ਨਾਲ ਇੱਥੇ। ਪਰ ਅਸੀਂ ਕਦੇ, ਸੰਤਾਂ ਨੇ ਸਾਨੂੰ ਜਿਹੜੀ ਪੂਜਾ ਸੀ ਨਾ, ਸਾਨੂੰ ਉਹਦੇ ਭਾਈ ਇਹ ਜ਼ਹਿਰ ਹੈ, ਪੂਜਾ ਨਹੀਂ ਲੈਣੀ। ਅਸੀਂ ਕਦੇ ਪੂਜਾ ਨਹੀਂ ਲਈ ਸੀਗੀ, ਕਦੇ ਵੀ ਨਹੀਂ। ਸਹਿਜ ਪਾਠ ਕਰਨਾ, ਹੋਰ ਕਰਨਾ, ਜਿੰਨਾ ਚਿਰ ਰਹੇ। ਫਿਰ ਮੈਂ ਇੱਥੇ ਜੀ ਸਕੂਲ 'ਚ ਵੀ ਪੜ੍ਹਦਾ ਸੀਗਾ, ਇੱਥੇ ਵੀ ਪੜ੍ਹਦੇ ਸੀਗੇ। ਮੈਂ 6-7 ਕਲਾਸਾਂ ਇੱਥੇ ਕੀਤੀਆਂ। ਪਿੰਡ ਤਾਂ 5ਵੀਂ ਦਾ ਸਕੂਲ ਸੀ, ਮਟੀਲੀ ਜਾਂਦੇ ਰਹੇ। ਫਿਰ ਮੈਨੂੰ ਸ਼ੌਂਕ ਸੀ ਇੱਥੇ, ਮੈਂ ਕੀ ਕੀਤਾ, ਮੈਂ ਯਾਰ ਪੜ੍ਹਾਈ ਇੱਥੇ ਆਪਣੇ, ਖੇਤੀ ਵੀ ਹੁਣ ਮੁਸ਼ਕਿਲ ਹੈ, ਕਿਉਂਕਿ ਉੱਥੇ ਵੀ ਪੜ੍ਹਦੇ ਰਹੇ, ਸਕੂਲ 'ਚ ਵੀ ਖੇਤੀ ਦਾ ਮੁਸ਼ਕਿਲ ਹੋ ਜਾਂਦਾ ਸੀਗਾ। ਫਿਰ ਮੈਨੂੰ ਕੀ ਹੋਇਆ ਜੀ, ਅਸੀਂ ਇੱਥੇ ਪਹਿਲਾਂ ਹੁੰਦੇ ਨਾ, ਅੱਜ ਕੱਲ੍ਹ ਦਾ ਸਾਧਨ ਟਰੈਕਟਰਾਂ ਦੇ ਹੋ ਗਏ, ਉਦੋਂ ਊਠਾਂ ਦੀਆਂ ਖੇਤੀਆਂ ਹੁੰਦੀਆਂ ਸੀਗੀਆਂ। ਜਦੋਂ ਊਠਾਂ ਦੀਆਂ ਖੇਤੀਆਂ ਹੋਣੀਆਂ ਅਤੇ ਛੋਲੇ ਛਾਲੇ ਹੁੰਦੇ ਜੀ, ਕੁੱਟਦੇ ਅਤੇ ਖੇਤੋਂ ਲਿਆਉਂਦੇ ਗੱਡੀਆਂ 'ਤੇ, ਅਤੇ ਖੇਤ ਦੇ ਵਿੱਚ ਇੱਥੇ ਪਿੰਡ ਹੋਣੇ, ਅਤੇ ਉੱਥੇ ਅਸੀਂ 4 ਭਾਈ ਸੀਗੇ, ਅਤੇ ਉਹ ਛੋਲੇ ਕੁੱਟਣੇ ਅਤੇ ਉਹ ਅੜਾ ਕੇ ਕੱਢਣੇ ਜਦੋਂ ਹਵਾ ਆਉਂਦੀ ਜੀ।
ਤੇ ਉਹ ਖੇਤ ਸੀ ਤੇ ਮੇਰਾ ਪਿਤਾ ਜੀ ਵੀ ਕੋਲੇ ਸੀ ਤੇ ਮੈਥੋਂ ਜਦੋਂ ਮੈਨੂੰ ਆਦੀ ਵੀ ਉਡਾਓ, ਮੈਂ ਜਦੋਂ ਉਹ ਤੰਗਲੀ ਉਡਾਉਣ ਲੱਗਿਆ ਤੇ ਮੈਥੋਂ ਪੁੱਠੀ ਚੱਲ ਗਈ, ਉਹ ਫਿਰ ਉੱਥੇ ਹੀ ਡਿੱਗ ਪਏ ਜਾ ਕੇ ਦਾਣੇ। ਮੇਰੇ ਭਰਾ ਨੇ ਮੇਰੇ ਤੰਗਲੀ ਮਾਰੀ ਤੇ ਉਹ ਮੇਰਾ ਪਿਓ ਆ, ਮੈਂ ਰੋਣ ਲੱਗ ਗਿਆ। ਤੇ ਸਾਡੇ ਪਿਤਾ ਜੀ ਯਾਰ ਤੁਸੀਂ ਆ ਨਾ ਕਰੋ, ਤੁਹਾਡਾ ਛੋਟਾ ਭਰਾ ਤੇ ਇਹਨੂੰ ਸਿਖਾਓ। ਤੇ ਫਿਰ ਮੈਂ ਕਿਹਾ ਯਾਰ ਮੈਂ ਤਾਂ ਨਹੀਂ, ਹੁਣ ਮੇਰਾ ਤਾਂ ਮੁਸ਼ਕਿਲ ਹੈ ਇੱਥੇ, ਮੈਂ ਬਾਈ ਨਹੀਂ ਕਰਨੀ। ਮੈਨੂੰ ਪਿਤਾ ਜੀ ਦਾ ਵੀ ਤੈਨੂੰ ਮੈਂ ਪੁਲਿਸ 'ਚ ਕਰਾ ਦਿੰਦਾ। ਮੈਂ ਕਿਹਾ ਜੀ ਪੁਲਿਸ 'ਚ ਨਹੀਂ ਮੈਂ ਹੋਣਾਗਾ। ਤੇ ਮੈਂ ਫੌਜ ਦੀਆਂ ਗੱਲਾਂ ਸੁਣਦਾ ਰਹਿੰਦਾ ਹੁੰਦਾ ਸੀਗਾ ਪੁਰਾਣੀਆਂ, ਕਿਸੇ ਤੋਂ ਕੋਈ ਹੁਣ ਯਾਰ ਆਏ ਆ ਫੌਜ 'ਚ। ਮੈਂ ਕਿਹਾ ਜੀ ਮੈਨੂੰ ਤਾਂ ਫਿਰ ਮੈਨੂੰ ਆਦਾ ਵੀ ਠੀਕ ਹੈ ਚੱਲ। ਮੇਰੀ ਉਦੋਂ 18-19 ਸਾਲ ਦੀ ਉਮਰ ਸੀਗੀ ਤੇ ਭਰਤੀ ਫਿਰੋਜ਼ਪੁਰ ਹੁੰਦੀ ਸੀ। ਮੇਰਾ ਪਿਤਾ ਜੀ ਮੈਨੂੰ ਫਿਰੋਜ਼ਪੁਰ ਲੈ ਗਿਆ ਤੇ ਉੱਥੇ ਪੰਜਾਬ ਦੀ ਭਰਤੀ ਹੁੰਦੀ ਸੀਗੀ। ਜਦੋਂ ਉੱਥੇ ਗਏ ਤਾਂ ਮੈਂ ਸਰੀਰ 'ਚ ਕਾਫੀ ਸੀ, 65 ਕਿਲੋ ਮੇਰੇ 'ਚ ਵਜ਼ਨ ਸੀਗਾ ਤੇ ਸਰੀਰ ਦਾ, ਤੇ ਮੈਂ ਦਾੜੀ ਹਜੇ ਮੇਰੀ ਮਾੜੀ ਫੁੱਟਦੀ ਸੀ। ਉੱਥੇ ਲੈ ਕੇ ਤੇ ਜਦੋਂ ਅਸੀਂ ਉੱਥੇ ਸੀਗਾ ਇੱਕ ਕਰਨਲ ਸਾਹਿਬ ਜਿਹੜਾ ਭਰਤੀ ਕਰਦਾ ਸੀ, ਉਹ ਆ ਗਿਆ ਤੇ ਜਦੋਂ ਸਾਡੀ ਉਹਨਾਂ ਨੇ ਦੌੜ ਲਵਾਈ ਤੇ ਮੈਂ ਪਹਿਲੇ ਨੰਬਰ 'ਚ ਆ ਗਿਆ ਸਾਰਿਆਂ ਦੇ ਵਿੱਚੋਂ। ਫਿਰ ਹੁਣ ਵੀ ਪੁੱਛਿਆ ਉਹਦੇ ਵੀ ਠੀਕ ਆ ਬਾਪੂ ਜੀ ਆਦਾ ਵੀ ਤੁਹਾਡਾ ਮੁੰਡਾ ਵਾਕਈ ਕਾਬਲ ਹੈ, ਠੀਕ ਆ। ਹੋਰ ਕੋਈ ਕੁਝ ਪੁੱਛਿਆ ਵੀ ਠੀਕ ਆ, ਮੈਨੂੰ ਉਹਨਾਂ ਨੇ ਉੱਥੇ ਰੱਖ ਲਿਆ। ਫਿਰ ਕਰਕੇ ਤੇ ਮੈਂ ਚਲੋ ਕਿਹੜੇ ਸਾਲ ਦੀ ਗੱਲ ਹੋਊਗੀ? 79 ਦੀ ਹੈ ਜੀ। ਹਾਂ, 79 ਤੋਂ ਲੈ ਕੇ ਰਿਟਾਇਰ ਫਿਰ ਤੁਸੀਂ ਕਿਹੜੇ? ਮੈਂ 2003 'ਚ ਹੋਇਆ ਜੀ। ਫਿਰ ਤੇ ਮਤਲਬ ਸ਼ੁਰੂਆਤ ਸਿਪਾਹੀ ਤੋਂ ਕਰਕੇ ਤੇ ਸੂਬੇਦਾਰ? ਹਾਂ ਜੀ, ਮੈਂ ਸਿਪਾਹੀ ਤੋਂ ਸ਼ੁਰੂਆਤ ਕੀਤੀ ਔਰ ਮੈਂ ਬਹੁਤ ਵਧੀਆ ਜੀ ਜਿੱਥੇ ਰਹੇ, ਮਤਲਬ ਨੌਕਰੀ ਜਿਵੇਂ ਸਾਨੂੰ ਕਿਤੇ ਸਾਡੀ ਡਿਊਟੀ ਲੱਗਦੀ, ਡਿਊਟੀ ਦੇਣੀ, ਸਾਨੂੰ ਕੋਈ ਆਰਡਰ ਦੇਣਾ, ਅਸੀਂ ਹੁਕਮ ਮੰਨਣਾ, ਕੰਮ ਕਰਨਾ। ਤੇ ਫਿਰ ਸਾਡੀ ਜਿਹੜੇ ਕਮਾਂਡਰ ਸੀ ਉਹ ਵੀ ਦੇਖਣ ਲੱਗੇ ਯਾਰ ਕੰਮ ਕਰਨ ਵਾਲੇ ਇਹ ਇਨਸਾਨ ਹੈ ਵੀ ਸਾਡੀ ਬੜੀ ਉਹਨਾਂ ਨੇ ਵੀ ਹੈਲਪ ਕੀਤੀ, ਕਿਉਂਕਿ ਜਿੱਥੇ ਆਪਾਂ ਕੰਮ ਕਰਾਂਗੇ ਹੈਲਪ ਤਾਂ ਕਰਦੇ ਹੀ ਹੈ, ਆਪਾਂ ਰਵਾਂਗੇ। ਫਿਰ ਮੈਨੂੰ ਕਹਿੰਦੇ ਜਦੋਂ ਸੂਬੇਦਾਰ ਬਣਦਾ ਸੀ ਤੇ 10 ਪੜ੍ਹਿਆ ਜ਼ਰੂਰੀ ਹੋਣਾ ਸੀ, ਐਵੇਂ ਬਣ ਨਹੀਂ ਸਕਦਾ, ਅੱਜ ਵੀ ਹੈ। ਫਿਰ ਅਸੀਂ ਕੀ ਕੀਤਾ ਉੱਥੇ, ਮੈਂ ਕਹਿੰਦੇ ਵੀ ਪੜ੍ਹਿਆ ਲਿਖਿਆ ਕਿੰਨਾ ਵੀ, ਮੈਂ ਪੜ੍ਹਿਆ ਤਾਂ ਮੈਂ 6-7 ਹਾਂ। ਫਿਰ ਸਾਨੂੰ ਉਹਨਾਂ ਨੇ ਹਿੰਦੀ ਕਰਵਾਈ ਉੱਥੇ, ਸੈਕਿੰਡ ਹਿੰਦੀ, ਹਾਂਜੀ ਥਰਡ ਹਿੰਦੀ ਕਰਵਾਈ, ਫਿਰ ਸੈਕਿੰਡ ਹਿੰਦੀ, ਫਿਰ ਮੈਪਿੰਗ ਹੁੰਦਾ ਹੈਗਾ ਜੀ ਉੱਥੇ, ਜਿਵੇਂ ਆਪਾਂ ਜਾਂਦੇ ਹਾਂ ਰੂਟ ਮਾਰਚਾਰ ਕਰਦੇ ਹਾਂ ਸਾਰਾ ਫੌਜ ਦਾ। ਹੁਣ ਤੁਸੀਂ ਬਹਿਨੇ ਹੋਗੇ ਇੱਥੇ, ਉਹ ਟੈਸਟ ਲੈਂਦੇ ਫਿਰਦੇ ਹੁੰਦੇ ਆ ਲਾਲਗੜ੍ਹ ਵਗੈਰਾ ਗੰਗਾ ਨਗਰ। ਸੈਕਿੰਡ ਹਿੰਦੀ ਕੀਤੀ ਜੀ। ਫਿਰ ਮੈਂ ਲੈਸਨੈਕ ਬਣ ਗਿਆ 7 ਸਾਲਾਂ ਤੋਂ। ਇੱਕ ਫੀਤੀ ਲੱਗ ਗਈ ਇੱਥੇ, ਜਦੋਂ ਇੱਕ ਫੀਤੀ ਲੱਗ ਗਈ ਤੇ ਉਹ ਫਿਰ ਉਹ ਡਿਊਟੀ ਮਾਫ ਹੋ ਗਈ ਤੇ ਗਾਰਡ ਕਮਾਂਡਰ ਇੱਕ ਨਾਇਕ ਜਾਂ ਇੱਕ ਹੌਲਦਾਰ, ਉਹਦੇ ਨਾਲ ਇੱਕ ਲੈਸਨੈਕ ਹੁੰਦਾ ਸੀਗਾ, 2 ਗਾਰਡ ਕਮਾਂਡਰ ਹੁੰਦੇ ਸੀ। ਫਿਰ ਅਸੀਂ ਉੱਥੇ ਡਿਊਟੀ ਵੰਡਣੀ, ਉਹ ਸਾਡੀ ਜ਼ਿੰਮੇਵਾਰੀ ਹੁੰਦੀ ਸੀ ਤੇ ਆਪ ਸੌਂ ਜਾਣਾ। ਤੇ ਉਹ ਡਿਊਟੀ 6 ਬੰਦੇ ਹੁੰਦੇ ਸੀ, ਉਹਨਾਂ ਨੇ ਕਰਨੀ, ਸਾਡੀ ਉਹ ਜ਼ਿੰਮੇਵਾਰੀ ਸਾਡੀ ਹੁੰਦੀ ਸੀਗੀ। ਕੁੱਲ ਮਿਲਾ ਕੇ ਵੀ ਦੇਸ਼ ਦੀ ਸੇਵਾ, ਜਦੋਂ ਤੁਹਾਡੀ ਦੇਸ਼ ਤੇ ਭੀੜ ਪਈ ਹੈ, ਤੁਸੀਂ ਦੇਸ਼ ਦੀ ਸੇਵਾ ਕਰਨ ਵਾਸਤੇ ਹਮੇਸ਼ਾ ਅੱਗੇ ਰਹੇ? ਹਾਂਜੀ ਹਾਂਜੀ। ਉਦੋਂ ਬਾਅਦ ਜੀ ਫਿਰ 2 ਸਾਲਾਂ ਬਾਅਦ ਫਿਰ ਸਾਡਾ ਕੇਡਰ ਕਰਾਇਆ। ਕੇਡਰ ਬਹੁਤ ਸਖਤ ਹੁੰਦਾ ਜੀ, 2 ਮਹੀਨਿਆਂ ਦੇ ਜਦੋਂ ਕਰਾਉਂਦੇ ਆਏ ਨਹੀਂ ਵੀ ਐਵੇਂ ਫੀਤੀ ਲਾ ਦੇਣਗੇ, ਪੂਰਾ 2 ਮਹੀਨੇ 40 50 ਕਿਲੋ ਵਜ਼ਨ ਚੁਕਾ ਕੇ 50 ਕਿਲੋਮੀਟਰ ਰੋਡ ਮੈਚ ਕਰਾ ਕੇ ਵੀ ਬੰਦਾ ਬਿਲਕੁਲ ਇਹ ਸਰੀਰੀ ਸੈੱਟ ਹੈ, ਹਾਂ ਪੂਰਾ ਐਨ ਵੀ ਸੈੱਟ ਆ। ਇਹ BPT ਹੁੰਦੀ ਹੈ, ਟਾਈਮ ਰੱਖ ਕੇ ਭਜਾਉਂਦੇ ਆ ਸਾਰਾ, PPT ਪਾਸ ਕਰਕੇ ਸ਼ਰਤਾਂ। ਫਿਰ ਜੀ 2 ਫੀਤੀਆਂ ਮੇਰੇ ਲੱਗ ਗਈਆਂ। ਜਦੋਂ ਮੇਰੇ 2 ਫੀਤੀਆਂ ਲੱਗ ਗਈਆਂ, ਮੈਂ ਨਾਇਕ ਬਣ ਗਿਆ। ਉਦੋਂ ਵੀ ਸਖਾਲਾ ਹੋ ਗਿਆ, ਚਲੋ ਡਿਊਟੀ ਵੀ ਫਟੀਕ ਤੋਂ ਵੀ ਮਾਫ ਹੋ ਗਿਆ। ਕਿਤੇ ਲੈ ਕੇ ਜਾਣਾ, ਬਣ ਦੇਣਾ ਵੀ ਲੈ ਜਾ 10 ਬੰਦੇ ਕੰਮ ਕਰਾ, ਰਾਤ ਨੂੰ ਡਿਊਟੀ 'ਤੇ ਬਣ ਦੇਣਾ, ਇਹਨਾਂ ਨੂੰ ਲੈ ਜਾ ਨਾਲ। ਤੇ ਫਿਰ ਕੋਈ ਹੋਰ ਉੱਥੇ ਕੋਈ ਚਾਰਜ ਦੇ ਦੇਣਾ ਵੀ ਹਥਿਆਰਾਂ ਦਾ ਦੇ ਦੇਣਾ ਵੀ ਤੇਰੀ ਜ਼ਿੰਮੇਵਾਰੀ ਆਹ ਕਰ। ਉਦੋਂ ਬਾਅਦ ਜੀ ਫਿਰ ਚਲੋ, ਤੇ ਫਿਰ ਮੇਰੀ ਫਸਟ ਹਿੰਦੀ ਕਰਵਾਤੀ ਵੀ ਕਰ, ਜਿਹੜੀ ਫਸਟ ਹਿੰਦੀ ਉਹ 10ਵੀਂ ਦੇ ਮੈਟ੍ਰਿਕ ਦੀ ਮੰਨੀ ਜਾਂਦੀ ਹੈ। ਉਹਦੇ 'ਚੋਂ ਮੈਂ ਪਾਸ ਹੋ ਗਿਆ, ਕਿਉਂ ਹਿੰਦੀ ਮੈਂ ਜਾਣਦਾ ਹੀ ਸੀਗਾ। ਫਿਰ ਮੈਂ ਹੌਲਦਾਰ ਬਣ ਗਿਆ ਜੀ। 3 ਮੇਰੇ ਫੀਤੀਆਂ ਲੱਗੀਆਂ ਤਾਂ ਹੌਲਦਾਰ ਬਣ ਗਿਆ। ਫਿਰ ਮੈਨੂੰ ਉੱਥੇ ਚਾਰਜ ਦੇ ਦਿੰਦੇ ਸੀ ਹੌਲਦਾਰ ਨੂੰ ਵੀ ਕੋਈ ਵੀ ਦੇਸ਼ ਦਾ ਕੁਆਟਰ ਮਾਸਟਰ ਪਲਟੂਨ ਹੌਲਦਾਰੀ ਦਾ 40 ਬੰਦੇ ਹੁੰਦੇ ਆ ਤੇ ਉਹਨਾਂ ਦੇ ਕਮਾਂਡ ਕੰਟਰੋਲ ਕਰਨਾ, ਕੋਈ ਵੀ ਡਿਊਟੀਆਂ ਲਾਉਣੀਆਂ ਉਹਨਾਂ ਦੀਆਂ, ਕੋਈ ਵੀ ਛੁੱਟੀ ਭੇਜਣਾ ਉਹਨਾਂ ਨੂੰ, ਕਿਸੇ ਦਾ ਫਾਰਵਰਡ ਅੱਗੇ ਕਰਨਾ, ਉਹ ਕਰਨਾ। ਉਹ ਵੀ ਜੀ ਫਿਰ ਮੈਂ ਡਿਊਟੀ ਕੀਤੀ 7-8 ਸਾਲ। ਫਿਰ ਮੈਂ ਕੋਤਨਸ਼ੂ ਦੀ ਹਥਿਆਰਾਂ ਦੀ ਡਿਊਟੀ ਕੀਤੀ 2 ਸਾਲ। ਉਦੋਂ ਬਾਅਦ ਫਿਰ ਮੈਨੂੰ ਜੀ ਕੁਆਟਰ ਮਾਸਟਰ ਲਾਤਾ ਰਾਸ਼ਨ ਦਾ, ਇੱਕ ਕੰਪਨੀ ਦਾ ਹੁੰਦਾ ਸਾਰਾ, ਉਹ ਵੀ ਮੈਂ ਕੰਮ ਕੀਤਾ। ਉਦੋਂ ਬਾਅਦ ਫਿਰ ਮੈਨੂੰ CH ਮਿਲਾਤਾ, 2 ਸਾਲ ਮੈਂ CH ਵੀ ਕੀਤੀ। ਫਿਰ ਮੈਨੂੰ ਜੀ ਨਾਇਬ ਸੂਬੇਦਾਰ ਬਣਾਤਾ। ਜਦੋਂ ਨਾਇਬ ਸੂਬੇਦਾਰ ਬਣ ਗਿਆ, ਕਹਿੰਦੀ ਵੀ ਪਹਿਲਾਂ ਤਾਂ ਕੰਧਿਆਂ 'ਤੇ ਭਾਰ ਸੀ ਤੇ ਹੁਣ ਦੇਖ ਲਓ ਮੋਢਿਆਂ 'ਤੇ ਆ ਗਿਆ। ਹਾਂਜੀ, ਫਿਰ ਸੂਬੇਦਾਰੀ ਜੀ ਉੱਥੇ ਰਹੇ, ਇਸ ਤਰ੍ਹਾਂ ਕੀਤਾ। ਉਦੋਂ ਬਾਅਦ ਫਿਰ ਸੂਬੇਦਾਰ ਬਣ ਗਏ ਜੀ। ਤੇ ਵੈਸੇ ਰਹੇ ਅਸੀਂ ਬਹੁਤ ਹਾਰਡ ਜਗ੍ਹਾ 'ਤੇ ਹਾਂ, ਕਾਫੀ ਬਾਰਡਰਾਂ 'ਤੇ ਹੀ ਰਹੇ ਤਕਰੀਬਨ। ਹਾਂਜੀ, 8-9 ਸਾਲ ਦਾ ਮੇਰੀ ਕਸ਼ਮੀਰ ਦੀ ਡਿਊਟੀ ਹੈ। ਬਾਰਾਮੂਲੇ 2 ਵਾਰੀ ਅਸੀਂ ਲਗਾਤਾਰ ਗਏ ਹਾਂ। ਤੁਸੀਂ ਰਿਟਾਇਰ ਫਿਰ ਕਿਹੜੀ ਜਗ੍ਹਾ ਤੋਂ? ਮੈਂ ਬਾਰਾਮੂਲੇ ਤੋਂ ਰਿਟਾਇਰ ਹੋਇਆ, ਜੰਮੂ ਕਸ਼ਮੀਰ ਤੋਂ। ਹਾਂਜੀ ਹਾਂਜੀ। ਤੇ ਉਦੋਂ ਪਹਿਲਾਂ ਗਲੇਸ਼ੀਅਰ 'ਚ ਵੀ, ਸੈਚਨ ਗਲੇਸ਼ੀਅਰ 'ਚ ਮੈਂ 2 ਸਾਲ ਲਾ ਗਿਆ ਜੀ। ਉੱਥੇ ਵੀ ਬਹੁਤ ਮੁਸ਼ਕਿਲ ਸੀ, 12-12 13-13 ਫੁੱਟ ਬਰਫ਼ ਹੁੰਦੀ ਸੀ ਤੇ 6-6 ਮਹੀਨੇ ਪੋਸਟ ਜਿਹੜੇ ਸਾਡੇ ਕੱਟ ਹੋ ਜਾਂਦੇ ਸੀਗੇ, ਰਾਸ਼ਨ ਉੱਥੇ ਹੀ ਜਮ੍ਹਾਂ ਹੋ ਜਾਂਦਾ ਸੀਗਾ। ਤੇ ਉਦੋਂ ਮੋਬਾਈਲ ਹੈ ਨਹੀਂ ਸੀ, ਚਿੱਠੀਆਂ ਜਾਂਦੀਆਂ
ਤੇ ਜਦੋਂ ਅਸੀਂ ਪੋਸਟਾਂ ਦੇ ਉਹਨਾਂ ਦੇ ਚਿੱਠੀਆਂ ਪੜ੍ਹ ਕੇ ਵਾਇਰਲੈਸ ਦੇ ਸਣੀ ਸਾਨੂੰ ਦੱਸਦੇ ਵੀ ਭਾਈ ਤੁਹਾਡੀ ਚਿੱਠੀ ਆਈ ਸੀ, ਕਹਿੰਦੇ ਜੀ ਠੀਕ ਠਾਕ ਦਾ ਜਵਾਬ ਦੇ ਦਿਓ। ਉਹੀ ਫਿਰ ਲਿਖ ਕੇ ਪਾਉਂਦੇ ਚਿੱਠੀਆਂ। ਐ ਨਹੀਂ ਸੀ ਵੀ ਅਸੀਂ ਕੋਈ ਸਿਕਿਉਰਿਟੀ ਲੂਜ਼ ਕਰਦੇ। ਅੱਜ ਕੱਲ੍ਹ ਤਾਂ ਮੋਬਾਈਲ ਹਰ ਇੱਕ ਕੋਲੇ, ਉਦੋਂ ਹੈ ਨਹੀਂ ਸੀ ਜੀ ਚਿੱਠੀਆਂ ਆਉਂਦੀਆਂ। ਤੇ ਉਹ ਵੀ ਪੜ੍ਹ ਕੇ ਤੇ ਪਹਿਲਾਂ ਸੂਬੇਦਾਰ ਮੇਜਰ ਪੜ੍ਹਦਾ, ਫਿਰ ਕੋਈ ਆਈਡੈਂਟ ਪੜ੍ਹ ਕੇ ਫਿਰ ਉਹੀ ਉਹਨੂੰ ਬੰਦ ਕਰਦੇ ਤੇ ਫਿਰ ਭੇਜਦੇ ਜੀ। ਇਸ ਤਰ੍ਹਾਂ ਜਵਾਨਾ ਸੀ। ਕੁੱਲ ਮਿਲਾ ਕੇ ਵੀ ਉਹਨਾਂ ਪੁਰਾਣੇ ਟਾਈਮਾਂ ਦੇ ਵਿੱਚ ਵੇਖਿਆ ਜਾਵੇ ਤਾਂ ਤਕਨੀਕ ਦਾ ਵੀ ਕਮੀ ਸੀਗੀ ਤੇ ਸਮਾਂ ਇੰਨਾ ਅਪਡੇਟ ਹੈ ਨਹੀਂ ਸੀ, ਫਿਰ ਵੀ ਮੁਸ਼ਕਲ ਹਾਲਾਤਾਂ ਦੇ ਵਿੱਚ ਦੇਸ਼ ਦੀ ਸੇਵਾ 'ਚ ਕੋਈ ਕਮੀ ਨਹੀਂ ਰੱਖੀ। ਹੁਣ ਗੱਲ ਕਰਾਂਗੇ ਜੀ ਆਪਣਾ ਜਿਹੜਾ ਗੁਰਦੁਆਰਾ ਬੇਗਮਪੁਰਾ ਸਾਹਿਬ, ਇਹਦਾ ਦੱਸਿਆ ਤੁਸੀਂ ਸੰਤਾਂ ਦੀ ਮਿਹਰ ਨਾਲ ਇਹ ਬਣਿਆ, ਤੇ ਇਹ ਜਦੋਂ ਬਣਿਆ ਤੇ ਇਹ ਕਿੰਨਵੇਂ ਜਿਹੜਾ ਵਰਤਮਾਨ ਸਰੂਪ ਦੇ ਵਿੱਚ ਪਹੁੰਚਿਆ ਹੈ, ਇਹ ਕਿੰਨਵੇਂ ਚਰਨ ਦੇ ਵਿੱਚ ਪਹੁੰਚਿਆ? ਦੂਜੀ ਵਾਰੀ ਬਣਿਆ ਜਾਂ ਪਹਿਲੀ ਵਾਰੀ ਬਣਿਆ ਜਾਂ ਤੀਜੀ ਵਾਰੀ? ਇਹ ਇਸ ਤਰ੍ਹਾਂ ਸੀ ਜੀ, ਪਹਿਲਾਂ ਤਾਂ ਸਾਡੇ ਪਿੰਡ ਦੇ ਵਿੱਚ ਤੁਹਾਨੂੰ ਦੱਸਿਆ ਵੀ ਸੰਤ ਇੱਥੇ ਸਾਡੇ ਦਲੀਪ ਸਿੰਘ ਸੀਗੇ, ਤੇ ਉਹ ਜੀ ਮਤਲਬ 91-92 'ਚ ਉਹਨਾਂ ਦੀ ਡੈਥ ਹੋ ਗਈ। ਤੇ ਉਦੋਂ ਬਾਅਦ ਫਿਰ ਅਸੀਂ ਇੱਥੇ ਸੰਤ ਮਹਾ ਸਿੰਘ ਸੀ, ਉਹ ਵੀ 12-13 ਸਾਲ ਉਹ ਬੱਚੇ ਸੀ ਉਹਨਾਂ ਦੇ ਨਾਲ ਇੱਥੇ ਲਾ ਕੇ ਗਏ, ਚੰਗੀ ਸੇਵਾ ਕੀਤੀ ਉਹਨਾਂ ਨੇ ਵੀ। ਫਿਰ ਬਲਦੇਵ ਸਿੰਘ ਬਾਹਰ ਰਹਿੰਦੇ ਸੀ, ਇਹ ਸੰਤਪੁਰੇ ਸੀਗੇ, ਮਤਲਬ ਸੰਤ ਹਰਨੇਕ ਸਿੰਘ ਦੇ ਚੇਲੇ, ਇਹ ਵੀ ਇੱਥੇ ਆ ਗਏ ਸਾਡੇ। ਤੇ ਫਿਰ ਉਹਨਾਂ ਨੇ ਮਹਾ ਸਿੰਘ ਨੇ ਇਹਨਾਂ ਨੂੰ ਪੱਗ ਦੇ ਦਿੱਤੀ ਵੀ ਤੁਸੀਂ ਸਾਂਭੋ, ਮੈਂ ਗ੍ਰਸਤੀ ਬੰਦਾ, ਮੈਥੋਂ ਨਹੀਂ ਸਮਝਦੀ। ਫਿਰ ਉਹਨਾਂ ਨੇ ਜੀ ਲੋਕਾਂ ਨੂੰ ਪ੍ਰੇਰਿਤ ਕਰਕੇ ਤੇ ਉੱਥੇ ਅੱਡੇ ਤੇ ਵੀ ਖੁੱਲੀ ਜਗ੍ਹਾ ਸੀ, ਇੱਥੇ ਆਪਣੇ ਜਗ੍ਹਾ ਹੈ ਨਹੀਂ ਇੰਨੀ ਪਿੰਡ ਦੇ ਵਿੱਚ, ਤੇ ਉੱਥੇ ਜੀ 2 ਕਨਾਲਾਂ ਤਾਂ ਸਾਡੀ ਤਾਂ ਦਾਦੀ ਹੁੰਦੀ ਸੀ ਜੀ, ਮੰਗ ਸਿੰਘ ਮਾਨ ਸੀ, ਨਾਨਕੀ ਢੇਰੀ ਤੇ ਆਇਆ, ਉਹਦੀ ਨਾਨੀ ਸੀ, ਉਹਨੇ ਪਹਿਲਾਂ 2 ਕਨਾਲਾਂ ਦਿੱਤੀਆਂ ਸੀ ਦਾਨ ਗੁਰੂ ਘਰ ਨੂੰ। ਤੇ ਫਿਰ ਸਾਰਾ ਪਿੰਡ ਇਕੱਠਾ ਹੋਇਆ, ਸੰਤ ਵੀ ਮੰਗ ਸਿੰਘ ਮਾਨ ਕੋਲੇ ਗਏ, 3 ਕਨਾਲਾਂ ਉਹਨੇ ਹੋਰ ਦਿੱਤੀਆਂ, 5 ਕਨਾਲਾਂ ਹੋ ਗਈਆਂ। ਹਾਂਜੀ, ਫਿਰ ਉੱਥੇ ਬਲਦੇਵ ਸਿੰਘ ਨੇ ਸ਼ੁਰੂ ਕਰਤਾ ਤੇ 2 ਸਾਲਾਂ 'ਚ ਹੀ ਸਾਡਾ ਪਿੰਡ ਲੱਗ ਗਿਆ ਸਾਰਾ ਨਾਲ, ਟਰੈਕਟਰ ਟਰਾਲੀਆਂ ਦੀਆਂ ਸਹੂਲਤਾਂ ਹੋਰ ਜੀ ਸੰਤਾਂ ਨੇ। ਤੇ ਫਿਰ ਉਹ ਦਰਬਾਰ ਸਾਹਿਬ ਤੇ ਸਾਰੇ ਜਿਹੜੇ ਕਮਰੇ ਸੀ ਤੇ ਉਹ 2 ਸਾਲਾਂ 'ਚ ਹੀ ਕਰਤੇ ਸੀ ਜੀ ਤਿਆਰ। ਹਾਂਜੀ ਹਾਂ। ਤੇ ਉਦੋਂ ਬਾਅਦ ਫਿਰ ਤੁਸੀਂ ਕੋਈ ਬੀਘਿਆਂ ਮਗਰ ਲਾਈ ਜਾਂ ਖੁੱਲੀ ਬਾਸ਼? ਹਾਂਜੀ, ਉਦੋਂ ਬਾਅਦ ਫਿਰ ਅਸੀਂ ਜੀ, ਸਾਡੇ ਉਹ ਤਾਂ 10-11 ਕਿੱਲੇ ਜ਼ਮੀਨ ਵੀ ਹੈ, ਉਹਦਾ ਠੇਕਾ ਵੀ ਆਉਂਦਾ ਸੀਗਾ ਸਾਡੇ, ਤੇ ਉਹ ਠੇਕਾ ਵੀ ਪਿੰਡ 'ਚ ਹੀ ਸਾਡੇ ਹੁੰਦਾ ਸੀ। ਉਹ ਪਹਿਲਾਂ ਲਾਉਂਦੇ ਰਹੇ, ਜਿਵੇਂ ਜੀ ਉੱਥੇ ਸਾਡੇ ਹੈ ਨਹੀਂ ਸੀਗੇ, ਬਾਥਰੂਮ ਹੈ ਨਹੀਂ ਸੀ ਜੀ, ਲੈਟਰਿੰਗਾਂ ਹੈ ਨਹੀਂ ਸੀ ਸਾਡੇ ਇੱਥੇ। ਤੇ ਜਦੋਂ ਕੋਈ ਬਾਹਰੋਂ ਇੱਥੇ ਆਉਂਦਾ ਪ੍ਰੋਗਰਾਮ ਗੁਰੂ ਘਰ ਹੀ ਹੁੰਦਾ ਸੀਗਾ, ਜਦੋਂ ਕੋਈ ਆਉਂਦਾ ਤੇ ਕਈਰਾਂ ਦੀ ਗੱਲ ਹੈ ਇੱਥੇ ਵੀ ਅਸੀਂ ਵੀ ਬਾਹਰ ਖੜੇ, ਤੇ ਸਾਡੇ ਹਰਵੰਸ ਸਿੰਘ ਸੀ ਬਰੜਵਾਲ, ਉਹਦਾ ਦੁਸਹਿਰਾ ਸੀਗਾ, ਅਸੀਂ ਉੱਥੇ ਖੜੇ। ਤੇ ਹੁਣ ਜਦੋਂ ਜੀ ਬਾਹਰੋਂ ਆਪਾਂ ਆਵਾਂਗੇ ਕਿਤੇ 100 ਕਿਲੋਮੀਟਰ ਜਾਵਾਂਗੇ ਜਾਂ 50, ਤੇ ਅੱਜ ਕੱਲ੍ਹ ਕੀ ਹੈ ਵੀ ਚਾਹ ਚੂ ਪੀਤੀ ਹੁੰਦੀ ਹੈ, ਸਿਆਜ ਤੁਰਦਿਆਂ ਤੇ ਪਿਸ਼ਾਬ ਦੀ ਆਦਤ ਹੁੰਦੀ ਹੈ ਜੀ। ਆਉਣ ਸਰ ਤੇ ਉਧਰੋਂ ਬਾਰਿਸ਼ ਪੈ ਰਹੀ ਸੀਗੀ, ਇੱਥੇ ਕਣੀਆਂ ਡਿੱਗ ਰਹੀਆਂ, ਤੋਂ ਬੁੜੀਆਂ ਵਿਚਾਰੀਆਂ ਕਿੱਧਰ ਜਾਣ, ਉੱਥੇ ਨਾ ਕੋਈ ਉਹਨਾਂ ਨੂੰ ਕੋਈ ਹੋਰ ਜਗ੍ਹਾ ਮਿਲੀ, ਵਿਚਾਰੀਆਂ ਬਹਿ ਗਈਆਂ। ਤੇ ਮੈਂ ਵੀ ਖੜਾ ਸੀ, ਤੇ ਮੈਂ ਆਪਣੇ ਆਪ ਨੂੰ ਬੜੀ ਸ਼ਰਮ ਮਹਿਸੂਸ ਕੀਤੀ ਇਸ ਚੀਜ਼ ਦੀ। ਮੈਂ ਕਈ ਬੰਦੇ ਵੀ ਖੜੇ ਸੱਦਿਆ, ਮੈਂ ਕਿਹਾ ਯਾਰ ਦੇਖੋ ਆਪਣੇ ਰਿਸ਼ਤੇਦਾਰ ਆ, ਇੱਕ ਵਿਚਾਰੀਆਂ ਨੂੰ ਜਗ੍ਹਾ ਨਹੀਂ ਮਿਲੀ, ਆਪਣੇ ਆਪਾਂ ਬੜੀ ਇੱਕ ਸਰਦਾਰਾਂ ਦਾ ਪਿੰਡ ਹੈ, ਤੇ ਆਪਣੇ ਬਾਥਰੂਮ ਹੈ ਨਹੀਂ, ਆਪਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ। ਫਿਰ ਅਸੀਂ ਜੀ ਦੂਜੇ ਤੀਜੇ ਦਿਨ ਉਹ ਕਰਕੇ ਤੇ ਪੈਸੇ ਠੇਕਾ ਸੀ, ਕੁਛ ਕਣਕ ਅਸੀਂ ਇਕੱਠੀ ਕੀਤੀ ਪਿੰਡ 'ਚੋਂ, ਤੇ ਅਸੀਂ ਜੀ ਉੱਥੇ ਬਣਾਏ, ਬਾਥਰੂਮ ਬਣਾਏ, ਅੰਦਰ ਬਾਥਰੂਮ ਹੈਗੇ। ਅੱਜ ਸਾਡੇ ਕੋਈ ਦਿੱਕਤ ਨਹੀਂ, ਵਧੀਆ, ਜਨਾਨੀਆਂ ਵਾਲੇ ਅਲੱਗ, ਆਦਮੀਆਂ ਵਾਲੇ ਅਲੱਗ ਆ ਬਾਥਰੂਮ, ਅਸੀਂ ਉਹ ਬਣਾਏ। ਹਾਂਜੀ, ਤੇ ਗੱਲ ਕਰਾਂਗੇ ਜੀ ਤੁਹਾਡੇ ਆਪਣੇ ਗੁਰੂ ਘਰ ਦੀ ਫਿਰ ਕੋਈ ਕਮੇਟੀ ਵੀ ਬਣਾਈ ਹੋਈ ਹੈ, ਤੇ ਕਮੇਟੀ ਕੋਈ ਤੁਸੀਂ ਪੱਤੀਆਂ ਵਾਈਜ਼ ਗਠਨ ਕਰਦੇ ਹੋ ਜਾਂ ਕੋਈ ਬਸ ਸਿੱਧੀ ਚੋਣ ਕਰੀ ਹੋਈ ਹੈ ਜੀ? ਅਸੀਂ ਜੀ ਪਹਿਲਾਂ ਤਾਂ ਮਤਲਬ ਸਾਡੇ ਸੰਤ ਬਲਦੇਵ ਸਿੰਘ ਹੀ ਸੀਗੇ ਜੀ, ਪਹਿਲਾਂ ਤਾਂ ਉਹਨਾਂ ਦੀ ਸੀ ਜ਼ਿੰਮੇਵਾਰੀ ਸਾਰੀ, ਵੀ ਅਸੀਂ ਕੋਈ ਦਖਲਅੰਦਾਜ਼ੀ ਨਹੀਂ ਦਿੱਤੀ ਸੀ, ਉਹ ਜਿਵੇਂ ਕਰਦੇ ਸੀ ਆਪਦਾ ਗ੍ਰੰਥੀ ਰੱਖਦੇ ਸੀ, ਤੇ ਦੋਨੇ ਗੁਰੂ ਘਰ ਵੀ ਉਹਨਾਂ ਦੇ ਅੰਡਰ ਹੀ ਸੀ। ਹੁਣ ਉਹ ਜੀ ਮਈ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਹੈ, ਤੇ ਫਿਰ ਜੀ ਹੁਣ ਸਾਨੂੰ ਉਹ ਕਰਨਾ ਹੀ ਪਿਆ, ਕਿਉਂਕਿ ਫਿਰ ਤਾਂ ਸਾਨੂੰ ਕਮੇਟੀ ਨਹੀਂ ਕਰਨਾ ਸੀ, ਹੋਰ ਤਾਂ ਜੀ ਕੀ ਨਹੀਂ ਕਰਨਾ। ਫਿਰ ਅਸੀਂ ਜੀ ਬਹਿੰਦੇ ਰਹੇ ਇੱਥੇ ਵੀ ਗੁਰੂ ਘਰ ਇਕੱਠੇ, ਕੋਈ ਮਹਾ ਵੀ ਆਓ ਹੁਣ ਆਪਣੇ ਕੋਈ ਕਰੀਏ। ਤੇ ਅਸੀਂ ਜੀ ਫਿਰ ਕੀ ਕੀਤਾ, ਮਤਲਬ ਠੋਲਿਆਂ ਬਈ ਬੰਦੇ ਕਰ ਲਿਆ ਸੀ, ਜਿਵੇਂ ਮਾਨ ਆ ਸਾਡੇ, ਚਹਿਲ ਆ, ਬਰਾੜ ਆ ਸਾਡੇ, ਤੇ ਰਾਮਗੜੀਏ ਜੀ, ਚਾਨੀ ਆ, ਬਰੜਵਾਲਾ, ਉਹਨਾਂ 'ਚੋਂ ਅਸੀਂ 1-2 ਬੰਦੇ ਲੈ ਕੇ ਤੇ ਉਹ ਗਠਨ ਕੀਤਾ, ਮਹਿਰ ਆਓ ਆਪਾਂ ਕਰੀਏ ਜੀ। ਕੁੱਲ ਮਿਲਾ ਕੇ 8-10 ਬੰਦਿਆਂ ਦੀ ਕਮੇਟੀ ਹੋ ਗਈ? ਹਾਂਜੀ ਹਾਂਜੀ। ਫਿਰ ਕਰਕੇ ਤੇ ਅਸੀਂ ਜੀ ਉਹ ਪਿਛਲੇ ਸਾਲ ਹੀ ਇਹ ਲੰਗਰ ਹਾਲ ਬਣਾਇਆ 50 ਬਾਈ 50 ਦਾ ਲੰਗਰ ਹਾਲ। ਹੁਣ ਸਾਡਾ ਤਿਆਰ ਆ, ਜੋੜੀਆਂ ਵੀ ਲੱਗੀ ਜਾਂਦੀਆਂ, ਚਲੋ ਰਹਿ ਗਈਆਂ ਤਾਂ ਕੁਛ ਅਗਲੇ ਸਾਲ ਕਰ ਲਾਂਗੇ ਫਸਲ ਤੇ। ਲੰਗਰ ਹਾਲ 'ਚ ਵੀ ਬਾਸ਼ ਲਾਈ ਜਾਂ ਬਸ ਆਪਣੇ ਠੇਕੇ ਦੇ ਹਿਸਾਬ ਨਾਲ ਹੀ? ਨਹੀਂ ਜੀ, ਬਾਸ਼ ਵੀ ਲਾਈ ਸੀ, ਕਿਉਂਕਿ ਠੇਕੇ ਨਾਲ ਕਿ 17-18 ਲੱਖ ਰੁਪਇਆ ਲੱਗ ਗਿਆ ਜੀ ਪਿਛਲੇ ਸਾਲ ਹੀ, ਤੇ ਫਿਰ ਠੇਕਾ ਥੋੜਾ ਸੀਗਾ ਸਾਡੇ ਕੋਲ 4-5 ਲੱਖ ਰੁਪਏ, ਉਹ ਵੀ ਖੈਰ। ਬਾਸ਼ ਫਿਰ ਕਿੰਨੇ ਰੁਪਏ ਬਿੱਗੇ ਲਾਈ ਜੀ? 200 ਰੁਪਏ ਬਿੱਗਾ ਲਾਈ ਸੀ ਜੀ। ਕਿੰਨੀਆਂ ਬਾਸ਼ਾਂ ਦੇ ਵਿੱਚ ਬਣਿਆ ਲੰਗਰ? ਬਾਸ਼ਾਂ ਜੀ 200 ਰੁਪਇਆ ਬਿੱਗਾ ਸੀ, ਤੇ ਹੁਣ 100 ਰੁਪਇਆ ਬਿੱਗਾ ਹੋਰ ਮਤਲਬ ਪਾਈ ਹੈ। ਇਹਦੇ ਨਾਲ ਵੀ ਸਾਡਾ ਕੀ ਹੋਇਆ, ਮਤਲਬ ਕੁਛ ਤਾਂ ਅਸੀਂ ਪੈਸੇ 2 ਲੱਖ ਰੁਪਏ ਜ਼ਿਆਦਾ ਲੱਗ ਗਿਆ ਸੀ, ਅਸੀਂ ਉਹ ਚੱਕ ਕੇ ਲਾਇਆ ਸੀਗਾ, ਉਹ ਵੀ ਤਾਰਤਾ ਹੁਣ 100 ਰੁਪਏ ਦੇ ਹਿਸਾਬ ਨਾਲ। ਤੇ ਕੁਛ ਅਸੀਂ ਜੀ ਉੱਤੇ ਫਰਸ਼ ਲਵਾਤੀ ਹੈ ਟੇਲਾਂ ਦੀ ਲੰਗਰ ਹਾਲ ਦੇ, ਤੇ ਵਿੱਚ ਫਿਰ ਅਸੀਂ ਕੋਟਾ ਸੁੰਦ ਪੱਥਰ ਲਵਾਤਾ ਜੀ, ਰਗੜਾਈ ਵੀ ਕਰਾਤੀ ਹੈ।
ਹਾਂਜੀ। ਤੇ ਹੁਣ ਗੱਲ ਕਰਾਂਗੇ ਜੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਲ ਦੇ ਵਿੱਚ ਕਿੰਨੇ ਉਪਰਾਲੇ ਜਾਂ ਕਿੰਨੇ ਗੁਰਪੁਰਬ ਹੈ ਜਿਹੜੇ ਕਮੇਟੀ ਵੱਲੋਂ ਨੀਅਤ ਹੈ ਵੀ ਇਹ ਤਾਂ ਤੁਸੀਂ ਮਨਾਉਣੇ ਹੀ ਮਨਾਉਣੇ ਆ? ਸਾਡੇ ਜੀ ਇੱਕ ਤਾਂ 40 ਮੁਕਤਿਆਂ ਦਾ ਹੁੰਦਾ ਵੀ ਉਹ ਅਸੀਂ ਮਨਾਉਂਦੇ ਹਾਂ, ਤੇ ਸੰਤ ਦਲੀਪ ਸਿੰਘ ਸੀ ਉਹਨਾਂ ਦਾ ਵੀ ਅਸੀਂ ਉੱਥੇ ਅਖੰਡ ਪਾਠ ਕਰਾਉਂਦੇ ਹਾਂ। ਪਹਿਲਾਂ ਉਹਨਾਂ ਦਾ ਅਖੰਡ ਪਾਠ ਕਰਾਉਂਦੇ ਹਾਂ, ਉਦੋਂ ਬਾਅਦ 40 ਮੁਕਤਿਆਂ ਦਾ ਜੀ ਅਸੀਂ ਉੱਥੇ ਕਰਾਉਂਦੇ ਹਾਂ ਅਖੰਡ ਪਾਠ ਸਾਹਿਬ, ਤੇ ਉਦੋਂ ਬਾਅਦ ਅਸੀਂ ਨਗਰ ਕੀਰਤਨ ਵੀ ਪਿੰਡ ਦੇ ਵਿੱਚ ਕੱਢਦੇ ਹਾਂ ਜੀ। ਹਾਂਜੀ। ਤੇ ਇੱਕ ਅਸੀਂ ਜੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਉਤਸਵ ਮਨਾਉਂਦੇ ਹਾਂ, 11ਵੇਂ ਮਹੀਨੇ 'ਚ ਹੁੰਦਾ। ਤੇ ਫਿਰ ਜੀ ਉਹ ਗਰਮੀਆਂ 'ਚ ਆਏ ਦਾ ਮਈ ਜੂਨ ਦੇ ਵਿੱਚ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਜੀ, ਹਾਂ, ਗੁਰੂ ਅਰਜਨ ਦੇਵ ਮਹਾਰਾਜ ਦਾ। ਔਰ ਉਦੋਂ ਅਸੀਂ ਛਬੀਲ ਵੀ ਧੂਮ-ਧਾਮ ਲਾਉਂਦੇ ਹਾਂ ਜੀ, ਧੂਮ-ਧਾਮ ਦੇ ਨਾਲ ਅੱਡੇ 'ਤੇ ਛਬੀਲ ਲਾਉਂਦੇ ਹਾਂ ਜੀ। ਹਾਂਜੀ, ਉਹ ਵੀ ਮਨਾਉਂਦੇ ਹਾਂ ਜੀ। ਤੇ ਕਈ ਕਈ ਪਿੰਡਾਂ 'ਚ ਵੇਖਿਆ ਜਾਂਦਾ ਵੀ ਸੰਗਰਾਂਦ ਤੇ ਜਾਂ ਮੱਸਿਆ ਤੇ ਆਪਣੇ ਸਹਿਜ ਪਾਠ ਰੱਖਿਆ ਜਾਂਦਾ ਹੈ, ਉਹਦਾ ਭੋਗ ਅਗਲੀ ਮੱਸਿਆ ਤੇ ਜਾਂ ਅਗਲੀ ਸੰਗਰਾਂਦ ਤੇ ਪਾ ਦਿੰਦੇ ਆ। ਇਸ ਤਰ੍ਹਾਂ ਦਾ ਵੀ ਉਪਰਾਲਾ ਹੁੰਦਾ ਜੀ ਆਪਣੇ? ਉਹ ਜੀ ਇਸ ਤਰ੍ਹਾਂ ਵੀ ਅਸੀਂ ਜਦੋਂ ਸਾਡੇ ਇੱਥੇ ਵੀ ਬਲਦੇਵ ਸਿੰਘ ਵੀ ਅਕਾਲ ਚਲਾਣਾ ਕਰ ਗਏ, ਫਿਰ ਸਾਡੇ ਜੀ ਗ੍ਰੰਥੀ ਮਤਲਬ ਅਸੀਂ ਕਿਹਾ ਵੀ ਸਾਨੂੰ ਉਹਦਾ ਸੀਗਾ ਸਾਡੇ ਇੱਥੇ ਗ੍ਰੰਥੀ ਸੀਗਾ, ਪਰ ਉਹ ਪਿੰਡ ਦਾ ਹੀ ਸੀ, ਉਹਦਾ ਬਾਲ ਬੱਚੇ ਸੀਗੇ। ਫਿਰ ਅਸੀਂ ਜੀ ਗ੍ਰੰਥੀ, ਮੈਂ ਕਿਹਾ ਵੀ ਕੋਈ ਚੰਗਾ ਗ੍ਰੰਥੀ ਲਈਏ ਆਪਾਂ। ਅਸੀਂ ਜੀ ਭਾਲਦੇ ਰਹੇ 20-25 ਦਿਨ ਤਾਂ ਵੀ ਚੰਗਾ ਗ੍ਰੰਥੀ ਆਪਣੇ ਕੋਈ ਕਥਾ ਵੀ ਕਰੇ ਤੇ ਚੰਗੇ ਬੱਚਿਆਂ ਨੂੰ ਆਪਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰੇ, ਤੇ ਸਿੱਖੀ ਦੇ ਇੱਥੇ ਕੋਈ ਦਰਖਤ ਲਾਵੇ ਤਾਂ ਫਿਰ ਹੀ ਸਿੱਖੀ ਵਧੂ ਫੁੱਲੂਗੀ। ਕਿ ਚੰਗਾ ਕੋਈ ਪ੍ਰਚਾਰਕ ਹੋਵੇ, ਗ੍ਰੰਥੀ ਆਪਾਂ ਨੂੰ ਮਿਲੇ, ਕਥਾ ਕੀਰਤਨ ਵੀ ਕਰਦਾ ਹੋਵੇ। ਤਾਂ ਫਿਰ ਅਸੀਂ ਜੀ ਸਾਨੂੰ ਕੋਈ 20-22 ਦਿਨ ਤਾਂ ਅਸੀਂ ਇੰਤਜ਼ਾਰ ਕੀਤਾ। ਸਾਡੇ ਕੋਲ ਆਏ ਬੜੇ, ਟੈਲੀਫੋਨ ਵੀ ਬੜੇ ਆਉਂਦੇ ਰਹੇ, ਹੋਰ ਵੀ ਅਸੀਂ ਇੰਟਰਵਿਊ ਲੈਂਦੇ ਰਹੇ, ਮੈਂ ਟੈਲੀਫੋਨ 'ਤੇ ਪੁੱਛਦਾ ਰਿਹਾ। ਫਿਰ ਮੇਰੇ ਕੋਈ ਫਿੱਟ ਨਹੀਂ ਬੈਠਾ। ਫਿਰ ਅਸੀਂ ਜੀ ਇਹਨਾਂ ਨੂੰ ਇੱਥੇ ਬੁਲਾਇਆ, ਅਸੀਂ ਗੁਰੂ ਘਰ ਹੀ ਸੀ। ਜਦੋਂ ਅਸੀਂ ਇਹਨਾਂ ਦਾ ਬਾਣਾ ਦੇਖਿਆ, 34-35 ਸਾਲ ਦੀ ਉਮਰ ਦੇ, ਦਮਦਮੀ ਟਕਸਾਲ ਦੇ ਪੜ੍ਹੇ ਆ ਜੀ। ਦਮਦਮੀ ਟਕਸਾਲ ਜੀ ਇੱਕ ਮੰਨੀ ਗਈ ਆ, ਕਹਿੰਦੇ ਆ ਨਾ ਇੱਕ ਆਪਾਂ ਕਿ ਬਲਦ ਨਗੌਰ ਦਾ, ਤੇ ਇੰਝ ਕਰਕੇ ਕਹਾਵਤ ਪਾਉਂਦੇ ਕਿ ਯਾਰ ਬਲਦ ਲੋ ਤਾਂ ਬਲਦ ਨਗੌਰ ਦਾ, ਤੇ ਆਪਣੇ ਵੀ ਸਿੰਘ ਹੋਵੇ ਤਾਂ ਦਮਦਮੀ ਟਕਸਾਲ ਦਾ। ਐ ਜੋ ਮੈਂ ਭੁੱਲ ਗਿਆ ਹੁਣ, ਮੇਰੇ ਯਾਦ ਆ। ਫਿਰ ਉਹ ਜੀ ਦਮਦਮੀ ਟਕਸਾਲ ਇੱਕ ਮੰਨੀ ਹੈ ਬਾਬਾ ਦੀਪ ਸਿੰਘ ਦੀ ਹੈ, ਕਿ ਉਹ ਸਿੱਖੀ ਵੀ ਉੱਥੇ ਸਾਬੋ ਕੀ ਤਲਵੰਡੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਹੱਥੀਂ ਘਾ ਕੇ ਆਪ ਦੇ ਬੀੜ ਤਿਆਰ ਕੀਤੀ ਆ। ਉਹਨਾਂ ਨੇ ਵਰ ਵੀ ਦਿੱਤਾ ਉੱਥੇ, ਕਹਿੰਦੇ ਵੀ ਇੱਥੇ ਕੋਈ ਜਿਹੜਾ ਆ ਕੇ ਇੱਕ ਵਾਰੀ 35 ਲਿਖ ਜੂਗਾ ਨਾ ਰੇਤੇ ਦੇ ਉੱਤੇ ਹੀ ਵਿਛਾ ਕੇ, ਤੇ ਕੋਈ ਬੁੱਧੀਮਾਨ ਬਲਦ ਬੁੱਧੀ ਬੰਦਾ ਵੀ ਇੱਕ ਗਿਆਨੀ ਬਣੂਗਾ। ਉੱਥੋਂ ਦੀ ਬਾਬਾ ਦੀਪ ਸਿੰਘ ਦੀ ਜੀ ਟਕਸਾਲ ਆ ਉਹ, ਤੇ ਮੰਨੀ ਪਰਮਨੀ ਟਕਸਾਲ ਆ। ਤੇ ਮੈਂ ਦੇਖਿਆ ਜਾਵੇ ਤਾਂ ਚੌਥੀ ਪਾਤਸ਼ਾਹੀ ਵੀ ਆਪਣੇ ਉੱਥੇ ਗੁਰਦੁਆਰਾ ਵੀ ਹੈ, ਤੇ 5 ਅਕਾਲ ਤਖਤਾਂ ਦੇ ਵਿੱਚੋਂ ਵੀ ਇੱਕ ਅਕਾਲ ਤਖਤ ਹੈ। ਜਿਹੜੇ 5 ਅਕਾਲ ਤਖਤ ਸਾਹਿਬ ਹੈ ਉਹਨਾਂ 'ਚੋਂ ਇੱਕ ਅਕਾਲ ਤਖਤ ਆ ਜੀ। ਹਾਂਜੀ, ਮਸਤੂਆਣਾ ਉੱਥੇ ਦਮਦਮਾ ਸਾਹਿਬ ਆ। ਮਹਾਰਾਜ ਆਏ ਆ ਜੀ ਉੱਥੇ, ਗੁਰੂ 10ਵੇਂ ਪਾਤਸ਼ਾਹ ਕਾਫੀ ਚਿਰ ਰਹੇ ਆ ਉੱਥੇ, ਤੇ ਤਾਂ ਕਰਕੇ ਫਿਰ ਉੱਥੇ ਆਪਣੇ ਤਖਤ ਵੀ ਹੈ, ਤੇ ਉੱਥੇ ਇਹ ਵਿਦਿਆ ਹੈਗੀ ਉੱਥੋਂ ਦੀ ਮੰਨੀ ਆ। ਫਿਰ ਅਸੀਂ ਜੀ ਕਿਹਾ ਵੀ ਫਿਰ ਜਦੋਂ ਇੱਥੇ ਬਾਬਾ ਜੀ ਨੂੰ ਅਸੀਂ ਸੱਦਿਆ, ਇੱਥੇ ਆ ਗਏ, ਤੇ ਸਾਡੇ ਜੀ ਮੇਰੇ ਫਿੱਟ ਬਹਿ ਗਿਆ ਜਦੋਂ ਗੱਲਾਂ ਕੀਤੀਆਂ, ਤੇ ਮੈਂ ਬਾਣਾ ਦੇਖਿਆ ਉਹਨਾਂ ਦਾ। ਮੈਂ ਕਿਹਾ ਵੀ ਦਮਦਮੀ ਟਕਸਾਲ ਇਹਨਾਂ ਵੱਲੋਂ ਫਿਰ ਕੋਈ ਆਪਣੇ ਇੱਥੇ ਤਿਉਹਾਰ ਮਨਾਇਆ ਜਾਂਦਾ ਜੀ? ਹਾਂਜੀ, ਜਦੋਂ ਇਹ ਆ ਗਏ ਤੇ ਜਦੋਂ ਕਰਨ ਲੱਗੇ, ਰੋਜ਼ ਇੱਥੇ ਕਥਾ ਕਰਦੇ ਆ ਸੁਬਾਹ ਜੀ, ਅੱਧਾ ਪੌਣਾ ਘੰਟਾ ਸੁਬਾਹ ਤਕਰੀਬਨ 6 ਤੋਂ ਲੈ ਕੇ 7 ਵਜੇ ਤੱਕ ਉਦੋਂ ਅਰਦਾਸ ਹੁੰਦੀ ਹੈ। ਫਿਰ ਇਹਨਾਂ ਨੇ ਆ ਕੇ ਇੱਥੇ ਵੀ ਚਲਾਤਾ ਵੀ ਇੱਕ ਤਾਂ ਆਪਣੇ ਇੱਥੇ ਭਾਈ ਦੇਗ ਪਹਿਲਾਂ ਵੀ ਪਿੰਡ 'ਚੋਂ ਲਿਆਉਂਦੇ ਸੀ, ਪਰ ਮਰਜ਼ਾਦਾ ਨਹੀਂ, ਕੋਈ ਡੋਲ 'ਚ ਪਾ ਕੇ ਤੜਕੇ ਚੱਕੀ ਆਉਂਦਾ। ਇਹ ਕਹਿੰਦੇ ਵੀ ਅਗਰ ਦੇਗ ਬਣਾਉਣੀ ਆ, ਲੈ ਕੇ ਆਉਣੀ ਘਰੋਂ, ਤਾਂ ਘਰੇ ਮਰਜ਼ਾਦਾ ਨਾਲ ਬਣਾਓ, ਤੇ ਜਦੋਂ ਇੱਥੇ ਲੈ ਕੇ ਆਉਣੀ ਆ, ਇੱਕ ਜਣਾ ਦਾ ਅੱਗੇ ਪਾਣੀ ਛਿੜਕਦਾ ਹੋਵੇ ਤੇ ਦੇਗ ਸਿਰ ਤੇ ਚੱਕ ਕੇ ਲੈ ਕੇ ਆਉਣੀ ਹੈ ਭਾਈ। 2 ਜਣਿਆਂ ਨੇ ਆਉਣਾ, ਗੁਰੂ ਘਰ ਲੈ ਕੇ ਆਓ, ਤੇ ਫਿਰ ਭਾਈ ਇੱਥੇ ਐਵੇਂ ਨਹੀਂ ਵੀ ਤੁਸੀਂ ਥੱਲੇ ਲਮਕਾਉਂਦੇ ਹੋ ਜਾਂ ਉਹ ਕੋਈ ਮਰਜ਼ਾਦਾ ਨਹੀਂ। ਫਿਰ ਜੀ ਉਸੇ ਤਰ੍ਹਾਂ ਕਰਦੇ ਆ। ਹੁਣ ਦੇਗ ਆਉਂਦੀ ਹੈ ਪਿੰਡ ਦੇ ਵਿੱਚੋਂ, ਬਾਰੀ ਵੱਜੇ ਲਿਖਿਆ ਸਾਰਿਆਂ ਦਾ, ਜਿਵੇਂ ਹਾਂ ਵੀ ਅੱਜ ਮਾਨਾਂ ਦੇ ਪਰਿਵਾਰ ਇੰਨੇ, ਬਰਾੜਾਂ ਦੇ ਆ, ਚਹਿਲਾਂ ਦੇ ਆ, ਚਾਨੀਆਂ ਦੇ, ਬਰੜ ਵਾਲਾਂ ਦੇ, ਵਾਰੀ ਨਾਲ ਆਈ ਜਾਂਦੀ ਹੈ ਦੇਗ। ਰੋਜ਼ ਲਿਆਉਂਦੇ, ਘਰੋਂ ਬਣਾ ਕੇ ਲਿਆਉਂਦੇ, ਚੱਲਦੀ ਹੈ। ਤੇ ਫਿਰ ਜੀ ਅਸੀਂ ਜਦੋਂ ਇਹ ਇੱਥੇ ਸਾਡੇ ਬਾਬਾ ਜਗਜੀਤ ਸਿੰਘ ਇਹਨਾਂ ਦਾ ਨਾਂ, 3 ਕੁ ਮਹੀਨੇ ਹੋ ਗਏ ਇਹਨਾਂ ਨੂੰ ਆਇਆ ਨੂੰ, 4ਥਾ ਮਹੀਨਾ। ਤੇ ਮੈਂ ਕਿਹਾ ਜੀ ਤੁਸੀਂ ਇੱਥੇ ਆ ਜਾਓ, ਤੇ ਚਲੋ ਜੀ ਉਹ ਆ ਗਏ, ਤੇ ਸੁਬਾਹ ਕਰਦੇ ਆ, ਤੇ 10ਵੀਂ ਵਾਲੇ ਦਿਨ ਕੀਰਤਨ ਵੀ ਕਰਦੇ ਆ। ਫਿਰ ਕਹਿੰਦੇ ਜੀ ਵੀ ਆਪਾਂ ਜੀ ਕੋਈ ਕਰੀਏ, ਆਪਾਂ 10ਵੀਂ ਮਨਾਈਏ ਇੱਥੇ। ਫਿਰ ਅਸੀਂ ਜੀ ਸ਼ੁਰੂ ਕਰਤਾ 10ਵੀਂ ਵਾਲੇ ਦਿਨ ਹੀ ਅਸੀਂ ਮਤਲਬ ਸਹਿਜ ਪਾਠ ਪ੍ਰਕਾਸ਼ ਕਰਦੇ ਹਾਂ, ਤੇ 10ਵੀਂ ਵਾਲੇ ਦਿਨ ਭੋਗ ਪਾਉਂਦੇ। ਉਸ ਦਿਨ ਕੀਰਤਨ ਵੀ ਹੁੰਦਾ, ਤੇ ਬਾਕੀ ਰੋਜ਼ ਕਥਾ ਹੁੰਦੀ ਹੈ, ਤੇ ਤਕਰੀਬਨ ਦਰਬਾਰ ਭਰਿਆ ਹੁੰਦਾ ਬੁੜੀਆਂ ਬੰਨਿਆਂ ਦਾ ਸੁਬਾਹ। ਹਾਂਜੀ, ਆ ਕੇ ਬੜੀ ਬਾਬਾ ਜੀ ਨੇ ਪ੍ਰੇਰਿਤ ਕੀਤਾ। ਐਸੇ ਪੈਰ ਪਏ ਇਹਨਾਂ ਦੇ, ਚਰਨ ਐਸੇ ਪਏ ਆਪਣੇ ਪਿੰਡ ਦੇ ਵਿੱਚ, ਤੇ ਵੀ ਪਹਿਲਾਂ ਵੀ ਬੱਚਿਆਂ ਦੀ ਤੇ ਆਪਣੇ ਗੁਰਸਿੱਖ ਪਰਿਵਾਰਾਂ ਦੀ ਲਿਵ ਤਾਂ ਲੱਗੀ ਸੀ, ਇਹਨਾਂ ਨੇ ਹੋਰ ਲਿਵ ਲਾਤੀ ਆ। ਹਾਂਜੀ, ਹੋਰ ਲਿਵ ਲਾਤੀ। ਤੇ ਬਾਕੀ ਜੀ ਬੜਾ ਲੋਕ ਇੱਜ਼ਤ ਕਰਦੇ ਆ, ਸੁਖਮਨੀ ਸਾਹਿਬ ਵੀ ਕਰਾਉਂਦੇ ਆ,
ਘਰਾਂ 'ਚ ਬਾਬਾ ਜੀ ਨੂੰ ਲੈ ਕੇ ਜਾਂਦੇ, ਮਹਾਂ ਵੀ ਕਰਾਓ, ਅਤੇ ਲੋਕ ਕਰਾਉਂਦੇ ਆਪਦੇ ਘਰਾਂ 'ਚ ਵੀ, ਗੁਰਦੁਆਰੇ ਵੀ ਕਰਵਾਉਂਦੇ ਆ, ਇੱਥੇ ਵੀ ਕਰਾਉਂਦੇ ਆ, ਅਤੇ ਬੱਚੇ ਵੀ ਜਾਂਦੇ ਆ ਪੜ੍ਹਨ, ਬਾਬਾ ਜੀ ਕੋਲੇ ਪੜ੍ਹਦੇ ਆ, ਬੱਚੇ ਪੜ੍ਹਦੇ ਆ। ਬਾਕੀ ਇਹਨਾਂ ਨੂੰ ਬੜਾ ਸ਼ੌਂਕ ਆ, ਆਪਦੇ ਸਾਜ਼ ਆ ਕੋਲੇ, ਆ ਹੁਣ ਢੋਲਕੀ ਲੈ ਕੇ, ਪਹਿਲਾਂ ਵੀ ਸੀ 6000 ਰੁਪਏ ਦੀ, ਬਾਜਾ ਬਹੁਤ ਵਧੀਆ ਆਪਦਾ ਇਹਨਾਂ ਕੋਲੇ ਆ, ਸਾਰਾ ਮਿਊਜ਼ਿਕ ਆਪਦਾ ਤਕਰੀਬਨ 1.5 ਲੱਖ ਰੁਪਏ ਦਾ ਕੀਰਤਨ ਵਾਲਾ ਸਾਰਾ ਸਾਜ਼ ਇਹਨਾਂ ਕੋਲ ਸਾਰਾ ਜੀ। ਬਾਕੀ ਜੀ ਸਾਰਾ ਇਹ ਸਪੀਕਰ ਦੇ ਬਾਰੇ ਬੜਾ ਜਾਣਦੇ ਆ। ਸਾਡੇ ਪਹਿਲਾਂ ਅਸੀਂ ਇੱਥੇ ਹੁੰਦੇ ਤੇ ਸਪੀਕਰ ਖਰਾਬ ਹੀ ਰਹਿੰਦੇ ਸੀ, ਪਾਣੀ ਪੈ ਗਿਆ ਜੀ, ਲੀਡ ਖਰਾਬ ਹੋ ਗਈ, ਉਹ ਹੋ ਗਿਆ ਤੇ ਆਪ ਹੀ ਠੀਕ ਕਰ ਲੈਂਦੇ। ਪਹਿਲਾਂ ਅਸੀਂ ਮੰਡੀ ਲਿਜਾਣ 'ਚ ਹੀ ਰਹਿੰਦੇ, ਹੁਣ ਆਪ ਹੀ ਸਾਰਿਆਂ ਨੂੰ ਉੱਤੇ ਚੜ੍ਹ ਕੇ ਠੀਕ ਕਰਦੇ ਰਹਿੰਦੇ ਆ, ਵਧੀਆ। ਤੇ ਹੁਣ ਆਪਾਂ ਗੱਲ ਕਰੀਏ ਸੇਵਾਦਾਰ ਜੀ, ਵੀ ਤੁਹਾਡੇ ਜਿਵੇਂ ਤੁਸੀਂ ਇੰਨੇ ਸਾਰੇ ਗੁਰਪੁਰਬ ਦੱਸਤੇ, ਤੇ ਇਹਨਾਂ ਗੁਰਪੁਰਬਾਂ 'ਤੇ ਕਥਾਵਾਚੀ ਵੀ ਤੁਸੀਂ ਕਹਿੰਦੇ ਵੀ ਸਮਾਂ-ਸਮਾਂ 'ਤੇ ਬੁਲਾਉਂਦੇ ਹੋ। ਹੁਣ ਗੱਲ ਕਰਾਂਗੇ ਯੂਥ ਦੀ। ਆਪਣੇ ਨਗਰ ਦਾ ਜਿਹੜਾ ਯੂਥ ਹੈ ਕਿੰਨੀ ਕਿੱਥੇ ਸੇਵਾ ਕਰਦਾ, ਕਿਉਂਕਿ ਆਪਣੇ ਅੱਜ ਕੱਲ੍ਹ ਕਿਉਂਕਿ ਥੋੜ੍ਹਾ ਪੰਜਾਬ ਨਾਲ ਟੱਚ ਹੋ ਗਿਆ, ਅਤੇ ਯੂਥ ਥੋੜ੍ਹਾ ਗੁਰਮਤਿ ਤੋਂ ਭ੍ਰਮਿਤ ਹੋ ਗਿਆ। ਮੈਂ ਪੰਜਾਬ ਨੂੰ ਮਾੜਾ ਸੂਬਾ ਨਹੀਂ ਆਂਦਾ, ਗੁਰੂਆਂ ਪੀਰਾਂ ਦੀ ਧਰਤੀ ਹੈ, ਪਰ ਪਿਛਲੇ ਕੁਝ ਸਮੇਂ 'ਚ ਉੱਥੇ ਨਸ਼ੇ ਨੇ ਇੱਕ ਘਰ ਕਰ ਲਿਆ, ਨਸ਼ਾ ਬਹੁਤ ਜ਼ਿਆਦਾ ਹੋਇਆ। ਉਹਦਾ ਪ੍ਰਭਾਵ ਆਪਣੇ ਪਿੰਡ ਦੇ ਮੁੰਡਿਆਂ 'ਤੇ ਵੇਖਣ ਨੂੰ ਵੀ ਮਿਲਦਾ ਹੈ, ਜਾਂ ਬੱਚੇ ਨਸ਼ਿਆਂ ਤੋਂ ਰਹਿਤ ਹੈ, ਅਤੇ ਗੁਰਮਤਿ ਨਾਲ ਕਿੰਨੇ ਕੁ ਜੁੜੇ ਹੋਏ, ਕਿੰਨਾ ਕੁ ਗੁਰੂ ਸਿੱਖ ਆਉਂਦੇ ਆ, ਕਿੰਨਾ ਕਿੱਥੇ ਸੇਵਾ ਕਰਦੇ ਜਦੋਂ ਉਪਰਾਲਾ ਹੁੰਦਾ, ਜਦੋਂ ਕੋਈ ਸਮਾਗਮ ਹੁੰਦਾ। ਦੇਖੋ ਜੀ, ਮੈਂ ਦੇਣਾ ਵੀ ਬਾਕੀ ਹੈ, ਪੰਜਾਬ 'ਚ ਵਾਕਈ ਹੈ, ਮੈਂ ਵੀ ਨਾਂ ਨਹੀਂ ਲੈਣਾ ਚਾਹੁੰਦਾ, ਪਰ ਸਾਡਾ ਪਿੰਡ ਹਜੇ ਤੱਕ ਜੋ ਮੈਂ ਵੇਖ ਰਿਹਾ ਬਹੁਤ ਬਚਿਆ ਚੀਜ਼ ਨੂੰ, ਬਹੁਤ ਹੀ ਬਚੇ ਸਾਡੇ ਮੁੰਡੇ ਕਿ ਵਾਹਿਗੁਰੂ ਦੀ ਜਾਂ ਸੰਤਾਂ ਦੀ ਪੂਰੀ ਬੜੀ, ਹਾਂਜੀ, ਕਿਰਪਾ ਜੀ, ਸਾਡੇ ਵਾਹਿਗੁਰੂ ਦੀ ਕਿਰਪਾ ਜੀ, ਪਰਮਾਤਮਾ ਦੀ ਪਿੰਡ 'ਤੇ ਬੜੀ ਕਿਰਪਾ। ਔਰ ਬੱਚੇ ਬੜੀ ਸੇਵਾ ਕਰਦੇ ਆ, ਕੋਈ ਛਬੀਲ ਲਾਉਣੀ ਆ ਤਾਂ ਅੱਗੇ ਹੋ ਕੇ ਸੇਵਾ ਕਰਦੇ ਆ, ਗੁਰੂ ਘਰ ਹੋਰ ਕੋਈ ਹੈ ਅਖੰਡ ਪਾਠ ਸਭਾ, ਰਾਤ ਨੂੰ ਡਿਊਟੀਆਂ ਲਾਉਣੀਆਂ, ਹੋਰ ਬੜੀ ਸੇਵਾ ਕਰਦੇ ਆ, ਜਿਵੇਂ ਡਿਊਟੀਆਂ ਲਾਉਣੀਆਂ, ਬੱਚੇ ਜੀ ਬੜਾ। ਬਾਕੀ ਹੁਣ ਜੀ ਸਾਡੇ ਬਾਬਾ ਜੀ ਬੜੇ ਪ੍ਰੇਰਿਤ ਕਰ ਰਹੇ ਆ, ਅਤੇ ਉਹ ਵੀ ਸਿੱਖੀ ਵੱਲ ਜੋੜ ਰਹੇ ਆ, ਪੱਗਾਂ ਵੀ ਬੰਨ੍ਹਣੀਆਂ ਸਿਖਾਉਂਦੇ ਆ ਉੱਥੇ ਬੱਚਿਆਂ ਨੂੰ, ਜਾਂਦੇ ਆ ਛੋਟੇ ਬੱਚੇ ਉੱਥੇ ਸੇਵਾ ਕਰਦੇ ਆ। ਗ੍ਰੰਥੀ ਸਿੰਘ ਨੂੰ ਫਿਰ ਤਨਖਾਹ ਦਾ ਉਪਰਾਲਾ ਫਿਰ ਜਿਹੜਾ ਉਹ ਜ਼ਮੀਨ ਹੈ ਉੱਥੋਂ ਹੀ ਕਰਦੇ ਹੋ, ਜਾਂ ਕੋਈ ਕਣਕ ਵਗੈਰਾ ਦਾ ਵੀ ਕਰਦੇ ਹੋ? ਨਹੀਂ ਜੀ, ਕਣਕ ਤਾਂ ਅਸੀਂ ਹਜੇ ਤੱਕ ਨਹੀਂ ਕੀਤੀ ਵੈਸੇ ਗੋਲਕ 'ਚੋਂ ਸਾਡੇ ਜੀ ਨਿਕਲਿਆ ਹੁੰਦਾ 9-10 ਹਜ਼ਾਰ ਰੁਪਏ ਮਹੀਨੇ ਦਾ, ਅਤੇ 10 ਹਜ਼ਾਰ ਰੁਪਏ ਅਸੀਂ ਬਾਬਾ ਜੀ ਨੂੰ ਦਿੰਦੇ ਹਾਂ ਮਹੀਨੇ ਦਾ। ਹਾਂਜੀ, ਗੋਲਕ ਵੀ ਉਹਨਾਂ ਦੀ ਹੈ ਅਤੇ ਤਨਖਾਹ ਵੀ ਉਹਨਾਂ ਦੀ? ਨਹੀਂ, ਗੋਲਕ ਜੀ ਹਾਂ ਕਮੇਟੀ ਦੀ ਆ, ਤਨਖਾਹ ਦਿੰਦੇ ਉਹਨਾਂ ਨੂੰ। ਹਾਂਜੀ। ਤੇ ਹੁਣ ਗੱਲ ਕਰਾਂਗੇ ਜੀ ਇੱਥੇ ਗੁਰਸਿੱਖ ਪਰਿਵਾਰਾਂ ਦੀ। ਤੁਹਾਡੇ ਇੱਥੇ ਜਿਹੜੇ ਨਗਰ ਦੇ ਵਿੱਚ ਗੁਰਸਿੱਖ ਪਰਿਵਾਰ, ਮੈਂ ਹਰੇਕ ਦਾ ਨਾਮ ਤਾਂ ਨਹੀਂ ਲੈਂਦਾ, ਕਈ ਪਿੰਡਾਂ 'ਚ ਅਸੀਂ ਜਾਂਦੇ ਹਾਂ ਵੇਖਦੇ ਹਾਂ ਵੀ ਗੁਰਸਿੱਖ ਪਰਿਵਾਰ ਥੋੜ੍ਹੇ ਵਹਿਮਾਂ ਭਰਮਾਂ ਨੂੰ ਚੱਲ ਪਏ। ਆਪਾਂ ਤਾਂ ਦਸੇ ਗੁਰੂ ਕਹਿ ਗਏ, ਜੋ ਮਿਲੂਗਾ ਗੁਰੂ ਗ੍ਰੰਥ ਸਾਹਿਬ 'ਚ ਮਿਲੂਗਾ, ਜੋ ਮੰਗੇ ਠਾਕੁਰ ਤੇ ਆਪਣੇ ਸੋਈ ਦੇਵੇ, ਲੇਕਿਨ ਫਿਰ ਵੀ ਥੋੜ੍ਹੇ ਵਹਿਮਾਂ ਭਰਮਾਂ ਨੂੰ ਜਾਣ ਲੱਗ ਪਏ ਗੁਰਸਿੱਖ ਪਰਿਵਾਰ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਆਪਣੇ ਵੀ ਥੋੜ੍ਹੀ ਐਜਾ ਕੁਛ ਵੇਖਣ ਨੂੰ ਮਿਲਦਾ, ਜਾਂ ਆਪਣੇ ਹਜੇ ਜਿੰਨੇ ਵੀ ਗੁਰਸਿੱਖ ਪਰਿਵਾਰ ਸਾਰੇ ਆਉਂਦੇ ਗੁਰੂ ਘਰ ਜੀ? ਆਉਂਦੇ ਤਾਂ ਹੈ ਜੀ, ਗੁਰੂ ਘਰ ਆਉਂਦੇ ਆ, ਇਹੋ ਜਿਹੀ ਗੱਲ ਨਹੀਂ। ਆਪਾਂ ਤਾਂ ਇਹੀ ਕਹਿੰਦੇ ਜੀ, ਆਪਣਾ ਤਾਂ ਗੁਰੂ ਸਾਹਿਬ ਹੀ ਹੈ, ਗੁਰੂ ਗ੍ਰੰਥ ਸਾਹਿਬ ਹੀ ਪਿਆ ਤੋਂ ਵੱਡਾ ਕੀ ਚੀਜ਼ ਹੈ। ਗੁਰੂ ਨਾਨਕ ਦੇਵ ਹੈ, ਉਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਉਹ ਆਪਾਂ ਨੂੰ ਲੜ ਲੱਗ ਗਿਆ ਗੁਰੂ ਗ੍ਰੰਥ ਸਾਹਿਬ ਦੇ। ਤੇ ਭਾਈ ਬਾਣੀ ਨਾਲ ਜੁੜੋ, ਸ਼ਬਦ ਨਾਲ ਜੁੜੋ, ਸਭ ਦੀ ਗੁਰੂ ਹੈ, ਤੇ ਉਹੀ ਮਨ 'ਚ ਵਸਾਓ। ਤੇ ਅਸੀਂ ਤਾਂ ਜੀ ਬੱਚਿਆਂ ਨੂੰ ਵੀ ਇਹੀ ਪ੍ਰੇਰਿਤ ਕਰਦੇ ਹਾਂ ਵੀ ਭਾਈ ਗੁਰੂ ਘਰ ਜਾਓ ਤੇ ਗੁਰੂ ਦੇ ਨਾਲ ਜੁੜੋ। ਤੇ ਬਾਕੀ ਜੀ ਬਾਬਾ ਜੀ ਨੂੰ ਹੋਰ ਵੀ ਸਾਡਾ ਇਹੀ ਹੈ ਵੀ ਭਾਈ ਸਿੱਖੀ ਦਾ ਬੂਟਾ ਲਾਵਾਂਗੇ ਆਪਾਂ, ਕੋਈ ਦਰਖਤ ਛੋਟਾ ਲਾਵਾਂਗੇ ਤਾਂ ਉਹਨੇ ਫੇਰ ਹੀ ਵੱਡਾ ਹੋਣਾ। ਜਾ ਕੇ ਜੀ ਸਿੱਖੀ ਕਰਨ ਪ੍ਰੇਰਿਤ ਕਰਾਂਗੇ ਤਾਂ ਆਪਾਂ ਸਿੱਖੀ ਜੀ ਫਿਰ ਆਪੇ ਹੀ ਵਧੂ ਫੁੱਲੂਗੀ ਜਦੋਂ। ਤੇ ਹੁਣ ਤੁਸੀਂ ਸਾਡੇ ਚੈਨਲ ਦੇ ਮਾਧਿਅਮ 'ਚ ਤੁਹਾਨੂੰ ਤੁਹਾਡੇ ਨਗਰ ਦੀ ਸਾਧ ਸੰਗਤ ਤਾਂ ਵੇਖੀ ਜਾਂਦੀ, ਆਸੇ-ਪਾਸੇ ਪਿੰਡਾਂ ਦੀ ਸਾਧ ਸੰਗਤ ਵੇਖੀ ਜਾਂਦੀ ਹੈ, ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ, ਖਾਸ ਕਰਕੇ ਯੁਵਾ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਗੁਰਸਿੱਖ ਪਰਿਵਾਰਾਂ ਨੂੰ ਕੀ ਅਪੀਲ ਤੇ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਤਾਂ ਬੱਚਿਆਂ ਨੂੰ ਜੀ ਇਹੀ ਮੇਰਾ ਸੰਦੇਸ਼ ਆ ਸਾਰਿਆਂ ਨੂੰ, ਮਾਈ ਭਾਈ ਨੂੰ, ਹੋਰ ਵੀ ਗੁਰਸਿੱਖ ਨੂੰ, ਭਾਈ ਗੁਰੂ ਘਰ ਨਾਲ ਜੁੜੋ, ਵੀ ਵੱਧ ਤੋਂ ਵੱਧ ਸੇਵਾ ਕਰੋ, ਸੁਬਾਹ ਜਾਓ ਗੁਰੂ ਘਰ, ਔਰ ਮਹਾਰਾਜ ਨੂੰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੱਕ ਮਸਤਕ ਹੋਵੋ, ਮੱਥਾ ਟੇਕੋ ਭਾਈ, ਆਪਾਂ ਨੂੰ ਇੱਥੋਂ ਹੀ ਮਿਲਣਾ। ਇਹ ਮੈਂ ਤਾਂ ਜੀ ਇਹ ਪ੍ਰਤਾਲ ਹੈ ਵੀ ਪਰਮਾਤਮਾ ਬੰਦੇ ਦੇ ਵਿੱਚ ਵਸਦਾ, ਜੋ ਕੋਈ ਮਤਲਬ ਜਿਸ ਕਾ ਕਾਰਜ ਤਿਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ, ਉਹ ਪਰਮਾਤਮਾ ਹੀ ਆ, ਪਰ ਅਸੀਂ ਜਾਣਦੇ ਨਹੀਂ, ਉਹ ਅੱਖ ਹੈ ਨਹੀਂ ਸਾਡੇ ਕੋਲ ਦੇਖਣ ਵਾਲੀ, ਪਰਮਾਤਮਾ ਵਿੱਚ ਹੀ ਅਸੀਂ ਬਾਹਰ ਭੱਜੇ ਫਿਰਦੇ ਹਾਂ। ਸ਼ਰਧਾ ਕਰਕੇ ਦੇਖੋ, ਨੇਚਾ ਕਰਕੇ ਦੇਖੋ, ਰੱਬ ਤੇ ਰੱਬ ਆਪਣੇ ਵਿੱਚ ਹੀ ਵਸਦਾ, ਦੱਸਦਾ ਭਾਈ ਚੱਲ ਇੱਕ ਪੈਂਡਾ ਜਾਏ, ਚੱਲ ਮਹਾਰਾਜ ਕੋਟ ਪੈਂਡਾ ਅੱਗੇ ਹੋਏ ਲੇਤ ਹੈ, ਮਹਾਰਾਜ ਅੱਗੇ ਲੈਣ ਆਉਣਗੇ ਕਿ ਅਸੀਂ 2 ਪੈਂਡੇ 1 ਪੈਂਡਾ ਜਾਵਾਂਗੇ, 10 ਪੈਂਡੇ ਆਉਣਗੇ ਸਾਨੂੰ ਲੈਣ ਅੱਗੇ, ਆਓ ਭਾਈ। ਸੋ ਮਹਾਰਾਜ ਇਨਸਾਨ ਦੇ ਵਿੱਚ ਹੀ ਅਸੀਂ ਸਮਝੀਏ ਤਾਂ ਬਾਹਰ ਨਹੀਂ ਭੱਜਣਾ ਚਾਹੀਦਾ, ਹੋਰ ਕਿਤੇ ਨਹੀਂ ਜੀ। ਰੱਬ ਪਰਮਾਤਮਾ ਜਿਹੜਾ ਵਿੱਚ ਹੀ ਵਸਦਾ ਇਨਸਾਨ ਦੇ, ਪਰ ਸ਼ਰਧਾ ਹੋਣੀ ਚਾਹੀਦੀ ਆ। ਹਾਂਜੀ, ਸ਼ਰਧਾ ਨਾਲ ਦੇਖੋ, ਇਹ ਨਹੀਂ ਵੀ ਅਸੀਂ ਸ਼ਰਧਾ ਹੀ ਨਾ ਕਰੀਏ, ਹਾਂਜੀ ਫਿਰ ਕੁਛ ਨਹੀਂ। ਜੇ ਸ਼ਰਧਾ ਨਾਲ ਚੱਲਾਂਗੇ ਨਾ, ਪਰਮਾਤਮਾ ਵਿੱਚ ਵਸਦਾ, ਦੂਰ ਨਹੀਂ। ਤੇ ਬੱਚਿਆਂ ਅੱਗੇ ਕੀ ਅਪੀਲ ਕਰਨਾ? ਬੱਚਿਆਂ ਅੱਗੇ ਜੀ ਮੇਰੀ ਇਹੀ ਅਪੀਲ ਆ ਵੀ ਭਾਈ ਗੁਰੂ ਘਰ ਨਾਲ ਜੁੜੋ। ਅਸੀਂ ਪੰਜਾਬੀ ਤੋਂ, ਸਾਡੀ ਮਾਂ ਬੋਲੀ ਹੈ ਤੋਂ ਬੜੇ ਦੂਰ ਹੁੰਦੇ ਜਾ ਰਹੇ ਹਾਂ, ਔਰ ਕੇਸ ਰੱਖੋ,
ਦੇਖੋ ਜੀ, ਸਭ ਤੋਂ ਵੱਡਾ ਮੈਂ ਮਿਲਟਰੀ ਦੇ ਵਿੱਚ ਰਿਹਾ। ਮੈਂ ਅੱਜ ਤੱਕ ਦਾੜੀ ਨਹੀਂ ਬਿਲਕੁਲ ਮਨਾਈ, ਕਿਉਂਕਿ ਸੀ ਮੈਂ ਸਿੱਖ ਰੈਜੀਮੈਂਟ ਦੇ ਵਿੱਚ। ਔਰ ਜਿੰਨੀ ਬਾਹਰ ਇੱਜ਼ਤ ਆ ਮੈਂ ਸਾਰੇ ਘੁੰਮਿਆ ਇੰਡੀਆ ਦੇ ਵਿੱਚ। ਜਿੰਨੀ ਪੱਗ ਦੀ ਇੱਜ਼ਤ ਅਗਲਾ ਸਰਦਾਰ ਜੀ ਕਹਿ ਕੇ ਬੁਲਾਉਂਦਾ, ਐਵੇਂ ਕੋਈ ਨਹੀਂ ਪੁੱਛਦਾ ਵਗੈਰਾ। ਪੱਗ ਬੰਨ੍ਹੀ ਚੰਗਾ ਪਰਸਨੈਲਿਟੀ ਹੈ ਬੰਦੇ ਦੀ, ਅਗਲਾ ਕਹਿੰਦਾ ਆਓ ਸਰਦਾਰ ਜੀ ਬੈਠੋ। ਹਰ ਇੱਕ ਇੱਜ਼ਤ ਕਰਦਾ। ਕਸ਼ਮੀਰ 'ਚ ਜਾਈਏ ਉੱਥੇ ਵੀ ਇੱਜ਼ਤ ਆਓ ਸਰਦਾਰ ਜੀ, ਅਗਲਾ ਫਤਿਹ ਬੁਲਾਉਂਦਾ, ਸਤਿ ਸ੍ਰੀ ਅਕਾਲ ਬੁਲਾਉਂਦਾ, ਸੀਟ ਛੱਡਦਾ ਅਗਲੇ ਨੂੰ, ਆਪਾਂ ਬੱਸ 'ਚ ਗੱਡੀ 'ਚ ਬੈਠਾਂਗੇ ਨਾ। ਸੋ ਬੱਚਿਆਂ ਨੂੰ ਮੈਂ ਇਹੀ ਪ੍ਰੇਰਤਾ ਵੀ ਭਾਈ ਗੁਰੂ ਘਰ ਬਾਣੀ ਬਾਣੇ ਨਾਲ ਜੁੜੋ ਔਰ ਜਾ ਕੇ ਸੇਵਾ ਕਰੋ ਗੁਰੂ ਘਰ ਦੀ, ਤਾਂ ਹੀ ਆਪਾਂ ਇਹ ਆਪਣਾ ਨਾਂ ਰਹਿ ਸਕਦਾ ਇੱਥੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖੋ ਵੀ ਉਹ ਵੀ ਸੀ, ਕੀ ਕੁਛ ਨਹੀਂ ਉਹ ਕਰ ਸਕਦੇ ਸੀ। ਉਹਨਾਂ ਨੇ ਆਪਣੇ ਵਾਸਤੇ ਆਪਦੇ ਬੱਚੇ ਸਾਹਿਬਜ਼ਾਦੇ ਦੇ 7 ਸਾਲ ਦਾ 9 ਸਾਲ ਦਾ ਇੱਕ ਨੀਹਾਂ ਵਿੱਚ ਚਨਾਏ ਔਰ 2 ਬੱਚੇ ਸ਼ਹੀਦ ਹੋਏ। ਉਹਨਾਂ ਨੇ ਆਪਾਂ ਨੂੰ ਇਹ ਦੱਸਣ ਦੇ ਬਾਰੇ ਆਪਾਂ ਨੂੰ ਰੋਜ਼ ਹੁਣ ਤਾਂ ਕਥਾ ਬੜੀਆਂ ਆ ਰਹੀਆਂ, ਆਪਾਂ ਸੁਣੀਆਂ YouTube ਤੇ ਟੀਵੀਆਂ ਦੇ ਵਿੱਚ ਬੜਾ ਕੁਛ, ਤੇ ਆਪਾਂ ਨੂੰ ਜੁੜਨਾ ਚਾਹੀਦਾ। ਆਟੋਮੈਟਿਕ ਹੀ ਆਪਣੇ ਕਥਾ ਆ ਰਹੀ ਹੈ। ਸ਼ਾਮ ਨੂੰ ਮੈਂ ਸੁਣਨਾ, ਆਪਣਾ ਪਟਨਾ ਸਾਹਿਬ ਤੋਂ ਆਉਂਦੀ ਹੈ ਜੀ ਗੁਰ ਸੂਰਜ ਪ੍ਰਕਾਸ਼, ਤੇ ਉਹ ਕਥਾ ਇੱਕ ਸੁਣਨ ਵਾਲੀ ਹੈ। ਬੰਦੇ ਦਾ ਰੋਮ ਰੋਮ ਖੜਾ ਹੋ ਜਾਂਦਾ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੰਗ ਲੜੇ ਆ ਤੇ ਸਿੱਖੀ ਪ੍ਰਫੁੱਲਤ ਕੀਤੀ ਹੈ ਤੇ ਆਪਦੀ ਸਾਰਾ ਕੁਝ ਹੀ। ਹਾਂ, ਤੇ ਉਹ ਸੁਣਨਾ ਚਾਹੀਦਾ ਬੱਚਿਆਂ ਨੂੰ। ਇਹੀ ਮੇਰੀ ਸਾਰੇ ਪਿੰਡ ਨੂੰ ਹੀ, ਬੱਚਿਆਂ ਨੂੰ, ਸਾਡਿਆਂ ਨੂੰ। ਬਾਕੀ ਸਾਡੇ ਠੀਕ ਆ ਪਿੰਡ 'ਚ, ਇਹੋ ਜਿਹੀ ਗੱਲ ਨਹੀਂ। ਨਸ਼ਾ ਮੈਂ ਤਾਂ ਜੀ ਦੇਖਿਆ ਨਹੀਂ, ਮੈਂ ਕਹਿ ਵੀ ਨਹੀਂ ਸਕਦਾ ਵੀ ਸਾਡਾ ਪਿੰਡ ਬਹੁਤ ਵਧੀਆ, ਬਹੁਤ ਹੀ ਵਧੀਆ। ਲੋਕ ਦੂਜੇ ਪਿੰਡਾਂ 'ਚ ਮੈਂ ਦੇਖ ਰਿਹਾ, ਉਹਦੇ ਨਾਲ ਸਾਡਾ ਪਿੰਡ ਬੜਾ, ਸਾਡੇ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਅਸੀਂ ਗੁਰੂ ਘਰ ਹੁੰਦੇ, ਅਸੀਂ ਇੱਕ ਹੋ ਜਾਂਦੇ ਹਾਂ। ਵਿਆਹ ਸ਼ਾਦੀ 'ਤੇ ਅਸੀਂ ਇੱਕ ਹੁੰਦੇ ਹਾਂ। ਕੋਈ ਵੋਟਾਂ ਵੇਲੇ ਵੀ ਸਾਡੀ ਲੜਾਈ ਨਹੀਂ। ਪੰਜਾਬ 'ਚ ਬਹਿਨੇ ਲੋਕ ਦੁਸ਼ਮਣੀਆਂ ਪਾਈ ਫਿਰਦੇ ਆ, ਉਹ ਚਲੋ 2 ਦਿਨਾਂ ਦਾ ਹੁੰਦਾ, ਸਾਡੀ ਕੋਈ ਨਹੀਂ। ਅਸੀਂ ਸਾਰੇ ਇੱਕ ਆ। ਸਾਡਾ ਪਿੰਡ ਮੇਰਾ ਬਹੁਤ ਵਧੀਆ ਪਿੰਡ ਹੈ ਜੀ। ਹਾਂਜੀ, ਇਹ ਨੇ ਜੀ ਗੁਰਦੁਆਰਾ ਸ਼੍ਰੀ ਬੇਗਮਪੁਰਾ ਸਾਹਿਬ, ਪਿੰਡ ਅਮਰਗੜ੍ਹ ਦੇ ਮੁੱਖ ਸੇਵਾਦਾਰ ਜੰਟਾ ਸਿੰਘ ਜੀ ਸੂਬੇਦਾਰ, ਜੋ ਕਿ ਪਹਿਲਾਂ ਆਪਦੀ ਅੱਧੀ ਤੋਂ ਜ਼ਿਆਦਾ ਉਮਰ ਦੇਸ਼ ਦੀ ਸੇਵਾ ਲਈ ਇਹਨਾਂ ਨੇ ਕੁਰਬਾਨ ਕਰੀ। ਉੱਥੇ ਦੇਸ਼ ਦੀ ਸੇਵਾ ਕਰੀ, ਸਿਪਾਹੀ ਤੋਂ ਸ਼ੁਰੂ ਹੋ ਕੇ ਸੂਬੇਦਾਰ ਤਾਈਂ ਪਹੁੰਚੇ। ਅਤੇ ਉਸ ਤੋਂ ਬਾਅਦ ਗੁਰੂ ਘਰ ਨਾਲ ਲਿਵ ਲੱਗੀ, ਸ਼ੁਰੂ ਤੋਂ ਹੀ ਗੁਰੂ ਘਰ ਨਾਲ ਲਿਵ ਲੱਗੀ ਸੀ। ਅਤੇ ਹੁਣ ਇਹ ਸਾਰੇ ਗੁਰਸਿੱਖ ਪਰਿਵਾਰਾਂ ਅੱਗੇ ਅਪੀਲ ਕਰਦੇ ਵੀ ਆਪਾਂ ਨੂੰ ਦਰ ਤੇ ਮੰਗਣੇ ਨਾਲੋਂ ਇੱਕ ਦਰ 'ਤੇ ਮੰਗਣਾ ਚਾਹੀਦਾ। ਜਿਵੇਂ ਆਖਿਆ ਨਾ ਵੀ ਦਰ ਦੇ ਮੰਗਣੇ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ, ਤੇਰਾ ਐਸਾ ਸਤਿਗੁਰ ਦਾਤਾ ਜੋ ਮਰਜ਼ੀ ਹੈ ਸੋ ਲੈ ਜਾ। ਆਪਾਂ ਨੂੰ ਨਿਹਚਾ ਰੱਖਣਾ ਪਊਗਾ, ਵਿਸ਼ਵਾਸ ਰੱਖਣੀ ਪਊਗੀ। ਜੋ ਕੁਛ ਆਪਾਂ ਨੂੰ ਮਿਲੂਗਾ ਇੱਥੋਂ ਹੀ ਮਿਲੂਗਾ। ਆਪਾਂ ਗੁਰੂ ਵੱਲ ਇੱਕ ਕਦਮ ਵਧਾਵਾਂਗੇ ਤੇ ਗੁਰੂ ਆਪਾਂ ਨੂੰ 10 ਕਦਮ ਅੱਗੇ ਲੈਣ ਆਉਣਗੇ, ਪਰ ਆਪਾਂ ਨੂੰ ਵਿਸ਼ਵਾਸ ਰੱਖਣਾ ਪਊਗਾ। ਬੱਚਿਆਂ ਅੱਗੇ ਅਪੀਲ ਕਰੀ ਜਾਂਦੇ ਵੀ ਤੁਸੀਂ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਹੈ, ਨਸ਼ੇ ਪੱਤਿਆਂ ਤੋਂ ਦੂਰ ਰਹਿਣਾ ਹੈ, ਗੁਰਮਤਿ ਨਾਲ ਜੁੜਨਾ ਹੈ, ਗੁਰਸਿੱਖੀ ਨਾਲ ਜੁੜਨਾ। ਸੁਬਾਹ ਸ਼ਾਮ ਗੁਰੂ ਘਰ ਆਓ, ਨਾਮ ਜਪੋ, ਪਾਠ ਜਪੋ ਤੇ ਉਹਦੇ 'ਤੇ ਅਮਲ ਕਰੋ ਬਈ ਆਪਾਂ ਨੂੰ ਗੁਰੂ ਸਾਹਿਬ ਕੀ ਸਿੱਖਿਆ ਦੇਗੇ, ਤੇ ਗੁਰਸਿੱਖੀ ਸਰੂਪ ਸਾਜੋ। ਕਿਉਂਕਿ ਸਿੱਖੀ ਬੜੀ ਔਖੀ ਮਿਲੀ ਆਪਾਂ ਨੂੰ, ਹਜ਼ਾਰਾਂ ਕੁਰਬਾਨੀਆਂ ਦੇ ਕੇ ਸਿੱਖੀ ਮਿਲੀ। ਇਸ ਵਾਸਤੇ ਸਿੱਖੀ ਦਾ ਮੁੱਲ ਪਾਓ, ਸਿੱਖੀ ਦੀ ਅਹਿਮੀਅਤ ਸਮਝੋ। ਜਿੱਥੇ ਵੀ ਜਾਓ, ਚਾਹੇ ਤੁਸੀਂ ਪੜ੍ਹ ਲਿਖੇ ਵਿਦੇਸ਼ ਜਾਣਾ ਹੈ, ਚਾਹੇ ਪੜ੍ਹ ਲਿਖੇ ਨੌਕਰੀ ਲੱਗਣਾ, ਪਰ ਆਪਦਾ ਸਿੱਖੀ ਸਰੂਪ ਨਾ ਛੱਡੋ। ਠੀਕ ਹੈ ਜੀ। MW ਨਿਊਜ਼ ਸਮੇਂ ਦੇਣ ਵਾਸਤੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।